ਤੇ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ जुगो जुग अटल शब्दा अवतार कलयुग के बोहित नाम के जहाज वाह वाह बाणी निरंकार है तिस जेवड़ अवर ना कोय। सतगुरु महाराज श्री गुरु ग्रंथ साहिब जी दे पावन चरनां दे विच ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਮਸਤਕ ਲੱਗੈ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ ਭਾਈ ਗੁਰਦਾਸ ਜੀ ਦੇ ਬਚਨ ਹਨ, ਜਿਨ੍ਹਾਂ ਦੇ ਬਹੁਤ ਚੰਗੇ ਕਰਮ ਹੁੰਦੇ ਹਨ, ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ, ਉਹਨਾਂ ਨੂੰ ਸਤਿਗੁਰਾਂ ਦੇ ਤੇ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਆਉਣ ਦਾ ਸੁਭਾਗ ਸਮਾਂ ਮਿਲਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਜਿਵੇਂ ਕਿ ਗੁਰਬਾਣੀ ਵਿੱਚ ਮਹਾਰਾਜ ਨੇ ਬੜੇ ਹੀ ਸੁੰਦਰ ਬਚਨ ਫਰਮਾਨ ਕੀਤੇ ਹਨ। ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰ ਨ ਮਿਟੇ ਨਿਤ ਨੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਲਸੇ ਨੂੰ ਫਤਿਹ ਆਪ ਕੀਤਾ। ਹਜੂਰ ਕਲਗੀਧਰ ਜੀ ਦੇ ਬਚਨ ਹਨ, ਫਤਿਹ ਸਤਿਗੁਰੂ ਕੀ ਜਗਤ ਸਿਉ ਬੁਲਾਉ, ਸਭਨ ਕੋ ਸ਼ਬਦ ਵਾਹੇ ਵਾਹੇ ਦਿਰੜਾਉ, ਕਰੋ ਖਾਲਸਾ ਪੰਥ ਤੀਸਰ ਪ੍ਰਵੇਸਾ, ਜਗੈ ਸਿੰਘ ਜੋਧੇ ਧਰੈ ਨੀਲ ਭੇਸਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਰਤ ਦੇ ਅੰਦਰ, ਇਸ ਹਿੰਦੁਸਤਾਨ ਦੇ ਅੰਦਰ ਅਣਖ ਤੇ ਗੈਰਤ ਦੀ ਜੋਤ ਜਗਾਈ। ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਖਾਲਸਾ ਸਾਜਿਆ, ਜਿਸ ਦਾ ਮਿਸ਼ਨ ਸੀ ਸਾਰੇ ਪਾਸੇ ਸੁਖ ਸ਼ਾਂਤੀ ਅਮਨ ਕਾਇਮ ਕਰਨਾ। ਕਿਸੇ ਮਜ਼ਹਬ ਕਿਸੇ ਜਾਤੀ ਕਿਸੇ ਧਰਮ ਨਾਲ ਖਾਲਸੇ ਦਾ ਵੈਰ ਨਹੀਂ ਹੈ। ਹਿੰਦੂ ਤੇ ਮੁਸਲਮਾਨ ਦੋਵਾਂ ਕੌਮਾਂ ਨੂੰ ਸਾਂਝਾ ਪਿਆਰ ਦਿੱਤਾ ਤੇ ਸਾਂਝਾ ਪਿਆਰ ਲਿਆ। ਆ ਜੋ ਦਿੱਲੀ ਫਤਿਹ ਦਾ ਦਿਹਾੜਾ ਹੈ, ਇਹਦੇ ਵਿੱਚ ਵੀ ਖਾਲਸੇ ਨੂੰ ਸਾਰੀਆਂ ਕੌਮਾਂ ਵੱਲੋਂ ਸਹਿਯੋਗ ਮਿਲਿਆ। ਸਾਧ ਸੰਗਤ ਜੀ, ਕੇਵਲ ਟੱਕਰ ਹੋਈ ਜ਼ਾਲਮ ਲੋਕਾਂ ਨਾਲ, ਦੁਸ਼ਟ ਲੋਕਾਂ ਨਾਲ, ਅਨਿਆਈ ਲੋਕਾਂ ਨਾਲ, ਪਰ ਜਿਹੜੇ ਆਮ ਲੋਕ ਸਨ, ਚੰਗੇ ਲੋਕ ਸਨ, ਭਾਵੇਂ ਉਹ ਹਿੰਦੂ ਸਨ ਭਾਵੇਂ ਮੁਸਲਮਾਨ ਸਨ, ਉਹਨਾਂ ਨੇ ਦਿੱਲੀ ਵਿੱਚ ਖਾਲਸੇ ਦਾ ਸਵਾਗਤ ਕੀਤਾ। ਜਦੋਂ ਖਾਲਸੇ ਦਾ ਦਬਦਬਾ ਬੈਠ ਗਿਆ, ਲਾਲ ਕਿਲੇ ਤੇ ਬਾਬਾ ਬਘੇਲ ਸਿੰਘ ਜੀ ਜਥੇਦਾਰ ਬਾਬਾ ਜੱਸਾ ਸਿੰਘ ਜੀ ਸਿੰਘ ਸਾਹਿਬ ਨੂੰ ਲੈ ਕੇ ਗਏ, ਕਿਉਂਕਿ ਵੱਡੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਨ। ਉਹਨਾਂ ਨੂੰ ਸੁਲਤਾਨੁਲ ਕੌਮ ਦਾ ਬਚਨ ਹੋਇਆ ਸੀ, ਸਾਰੇ ਪੰਥ ਦਾ ਸੁਲਤਾਨ, ਸਾਰੀ ਕੌਮ ਦਾ ਸੁਲਤਾਨ, ਸਾਰੇ ਹਿੰਦੁਸਤਾਨ ਦਾ ਸੁਲਤਾਨ। ਇਹ ਬਚਨ ਵੀ ਜਥੇਦਾਰ ਬਾਬਾ ਕਪੂਰ ਸਿੰਘ ਜੀ ਨਵਾਬ ਸਾਹਿਬ ਦੀ ਰਸਨਾ ਤੋਂ ਨਿਕਲਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਆਪਣਾ ਬਚਪਨ 5 ਸਾਲ ਦੀ ਉਮਰ ਤੋਂ ਲੈ ਕੇ 16-17 ਸਾਲ ਦੀ ਉਮਰ ਤੱਕ ਮਾਤਾ ਜੀ ਪੂਜਨੀਕ ਜਗਤ ਮਾਤਾ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਵਿਖੇ ਰਹਿ ਕੇ ਗੁਜ਼ਾਰਿਆ। ਦਿੱਲੀ ਵਿੱਚ ਰਹਿਣ ਕਰਕੇ ਆਪ ਜੀ ਨੇ ਇੱਥੋਂ ਦੇ ਮਦਰਸਿਆਂ ਵਿੱਚ ਬੜੀ ਉੱਚੀ ਤਾਲੀਮ, ਬੜੀ ਵੱਡੀ ਪੜ੍ਹਾਈ ਕੀਤੀ
ਵਿਦਿਆ ਪ੍ਰਾਪਤ ਕੀਤੀ। ਉਸ ਵਿਦਿਆ ਦੇ ਸਦਕਾ ਆਪ ਜੀ ਬਹੁਤ ਚੰਗੇ ਵਿਦਵਾਨ ਔਰ ਰਾਜਨੀਤੀ ਦੇ ਗਿਆਤਾ ਵੀ ਬਣ ਗਏ। ਜੇ ਕਹਿ ਲਈਏ ਵੀ ਉਸ ਵੇਲੇ ਦਾ ਬਾਦਸ਼ਾਹ ਵੀ ਇੰਨਾ ਨਹੀਂ ਸੀ ਪੜ੍ਹਿਆ ਹੋਇਆ ਜਿੰਨੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਪੜ੍ਹੇ ਹੋਏ ਸਨ। ਔਰ ਜਿੱਥੇ ਆਪ ਜੀ ਦੁਨਿਆਵੀ ਵਿਦਿਆ, ਰਾਜਨੀਤੀ ਦੀ ਵਿਦਿਆ, ਫਾਰਸੀ, ਅਰਬੀ, ਉਰਦੂ ਪੜ੍ਹੇ ਸਨ, ਉੱਥੇ ਖੁਦ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਆਪ ਪੜ੍ਹਾਈ ਸੀ। ਜਦੋਂ ਮਾਤਾ ਜੀ ਨੇ ਇਸ ਨੌਜਵਾਨ ਤੇ ਮਿਹਰ ਦੀ ਨਿਗਾਹ ਕੀਤੀ, ਸਾਰੀਆਂ ਰਿੱਧੀਆਂ ਸਿੱਧੀਆਂ ਬਖਸ਼ਿਸ਼ ਕਰ ਦਿੱਤੀਆਂ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕਮਰ ਕਸੇ ਦੇ ਸ਼ਸਤਰਾਂ ਵਿੱਚੋਂ ਇੱਕ ਸ਼ਸਤਰ ਮਾਤਾ ਸੁੰਦਰੀ ਜੀ ਨੇ, ਜੋ ਕਿ ਮਾਤਾ ਸਾਹਿਬ ਦੇਵਾਂ ਜੀ ਨੂੰ ਕਲਗੀਧਰ ਮਹਾਰਾਜ ਨੇ ਹਜੂਰ ਸਾਹਿਬ ਤੋਂ ਸ਼ਸਤਰ ਦੇ ਕੇ ਭੇਜੇ ਸਨ, ਔਰ ਉਹ ਮਾਤਾ ਸੁੰਦਰੀ ਜੀ ਉਹਨਾਂ ਦੀ ਸੇਵਾ ਸੰਭਾਲ ਕਰਦੇ ਸਨ ਇਸ ਸਥਾਨ ਤੇ ਜੋ ਮਾਤਾ ਜੀ ਦਾ ਦਿੱਲੀ ਵਿੱਚ ਮੌਜੂਦ ਹੈ। ਉਹਨਾਂ ਵਿੱਚੋਂ ਇੱਕ ਗੁਰਜ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਬਖਸ਼ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਵਿੱਚ ਸੇਵਾ ਕਰਨ ਲਈ ਭੇਜਿਆ ਸੀ। ਆਪ ਜੀ ਜਥੇਦਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦੇ ਨਾਲ ਸੇਵਾ ਕਰਦੇ ਉਹਨਾਂ ਦੇ ਪੁੱਤਰ ਬਣ ਕੇ ਸੇਵਾ ਕੀਤੀ। ਨਵਾਬ ਸਾਹਿਬ ਨੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਣਾਉਣਾ ਸੀ, ਇਸ ਕਰਕੇ ਸਭ ਤਰ੍ਹਾਂ ਦੀ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕਰ ਦਿੱਤਾ। ਸੇਵਾ ਦਿੱਤੀ ਘੋੜਿਆਂ ਨੂੰ ਦਾਣਾ ਵੰਡਣ ਦੀ। ਘੋੜਿਆਂ ਨੂੰ ਦਾਣਾ ਵੰਡਦੇ, ਜਿਹੜੀ ਵੀ ਪੰਥ ਦੀ ਕੋਈ ਸੇਵਾ ਹੁੰਦੀ ਦੌੜ ਦੌੜ ਕੇ ਕਰਦੇ, ਪਰ ਬੋਲੀ ਹਿੰਦੁਸਤਾਨੀ ਉਰਦੂ ਦਿੱਲੀ ਦੀ ਬੋਲਿਆ ਕਰਦੇ। ਬੋਲੀ ਦੇ ਵਿੱਚ ਉਹਨਾਂ ਦੇ ਸ਼ਬਦ ਹੁੰਦੇ ਹਮ ਕੋ ਤੁਮ ਕੋ। ਮਾਝੇ ਦੇ ਸਿੰਘ, ਮਾਲਵੇ ਦੇ ਸਿੰਘ, ਪੰਜਾਬ ਦੇ ਸਿੰਘ, ਉਹਨਾਂ ਨੂੰ ਉਹ ਬੋਲੀ ਥੋੜੀ ਜਿਹੀ ਓਪਰੀ ਲੱਗਦੀ ਤੇ ਉਹਨਾਂ ਨੇ ਉਹਨਾਂ ਦੀ ਛੇੜ ਪਾ ਦਿੱਤੀ ਹਮ ਕੋ ਤੁਮ ਕੋ। ਜਦੋਂ ਵੀ ਬੁਲਾਣਾ ਹਮ ਕੀ ਤੁਮ ਕੀ ਕਰਕੇ, ਤੇ ਜੱਸਾ ਸਿੰਘ ਨੂੰ ਉਸ ਗੱਲ ਦਾ ਦੁੱਖ ਲੱਗਣਾ ਵੀ ਇਹ ਸਿੰਘ ਮੈਨੂੰ ਛੇੜਦੇ ਹਨ। ਨੌਜਵਾਨ ਸਨ, 16-17 ਸਾਲ ਦੀ ਉਮਰ ਸੀ। ਇੱਕ ਦਿਨ ਆਪਣੇ ਗੁਰਦੇਵ ਵਿਦਿਆ ਦਾਤੇ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ ਦੇ ਕੋਲ ਜਾ ਕੇ ਕਹਿਣ ਲੱਗੇ ਕਿ ਹਮ ਤੇ ਦਾਣਾ ਵੰਡਤ ਨਾਹੀਂ, ਸਾਡੇ ਕੋਲੋਂ ਦਾਣਾ ਨਹੀਂ ਵੰਡਿਆ ਜਾਂਦਾ, ਮੈਂ ਨਹੀਂ ਦਾਣਾ ਵੰਡਦਾ। ਹਮ ਤੇ ਦਾਣਾ ਵੰਡਤ ਨਾਹੀਂ। ਨਵਾਬ ਸਾਹਿਬ ਕਹਿਣ ਲੱਗੇ ਭੁਜੰਗੀਆ ਕੀ ਗੱਲ ਹੋ ਗਈ, ਕਿਉਂ ਨਹੀਂ ਦਾਣਾ ਵੰਡਦਾ? ਕਹਿੰਦਾ ਜੀ ਮੈਨੂੰ ਹਮ ਕੋ ਤੁਮ ਕੋ ਕਰਕੇ ਛੇੜਦੇ ਹਨ। ਨਵਾਬ ਕਪੂਰ ਸਿੰਘ ਸਾਹਿਬ ਖਾਲਸੇ ਦੇ ਦੀਵਾਨ ਵਿੱਚ ਸਿੰਘਾਂ ਦੇ ਵਿਚਕਾਰ ਬੈਠੇ ਸਨ। ਕਹਿਣ ਲੱਗੇ ਭੁਜੰਗੀਆ ਇਹ ਖਾਲਸਾ ਪੰਥ ਹੈ, ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ, ਮੈਨੂੰ ਇਹਨਾਂ ਨੇ ਨਵਾਬ ਬਣਾ ਦਿੱਤਾ ਤੇ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਂਦਾ, ਤੈਨੂੰ ਬਾਦਸ਼ਾਹ ਬਣਾ ਦੇਣਗੇ। ਇਹ ਬਚਨ ਖਾਲਸਾ ਜੀ ਉਹਨਾਂ ਸਿੰਘਾਂ ਨੇ ਪੱਲੇ ਬੰਨ ਲਿਆ ਤੇ ਉਹਨਾਂ ਸਿੰਘਾਂ ਨੇ ਆਖਿਆ ਜੇ ਨਵਾਬ ਸਾਹਿਬ ਨੇ ਇਸ ਭੁਜੰਗੀ ਨੂੰ ਬਾਦਸ਼ਾਹ ਬਣਨ ਦਾ ਵਰ ਦਿੱਤਾ ਤੇ ਅਸੀਂ ਇਸ ਭੁਜੰਗੀ ਨੂੰ ਹਿੰਦੁਸਤਾਨ ਦੇ ਤਖਤ ਤੇ ਬਿਠਾ ਕੇ ਹੀ ਦਮ ਲਵਾਂਗੇ। ਕਿੱਡੇ ਕਿੱਡੇ ਕਮਸਾਨ ਦੇ ਯੁੱਧ ਹੁੰਦੇ ਰਹੇ, ਕਿਤੇ ਅਬਦਾਲੀ ਦੇ ਨਾਲ ਯੁੱਧ ਹੁੰਦਾ ਰਿਹਾ, ਕਿਤੇ ਨਾਦਰ ਨਾਲ ਯੁੱਧ ਹੁੰਦਾ ਰਿਹਾ, ਕਿਤੇ ਮੀਰ ਮਨੂੰ ਨਾਲ, ਕਿਤੇ ਜ਼ਕਰੀਆ ਖਾਨ ਨਾਲ। ਖਾਲਸੇ ਦੇ 100 ਸਾਲ ਖੰਡੇ ਖੜਕਦੇ ਰਹੇ, ਜ਼ੁਲਮ ਦੇ ਵਿਰੁੱਧ ਖਾਲਸਾ ਲੜਦਾ ਰਿਹਾ। ਅੱਜ ਸਮਾਂ ਆਇਆ ਉਹ ਬਚਨ ਪੂਰਾ ਹੋਣ ਦਾ। ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ ਨੂੰ ਬੁਲਾਇਆ ਗਿਆ। ਕਹਿੰਦੇ ਜਦੋਂ ਆਪ ਜੀ ਨੂੰ ਦਿੱਲੀ ਦੇ ਤਖਤ ਤੇ ਬਿਠਾ ਕੇ ਨਾਲ ਸਿੰਘ ਬੈਠੇ, ਨਵਾਬ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਸ਼ਾਮ ਸਿੰਘ ਜੀ ਨਾਰਲੀ ਵਾਲੇ ਔਰ ਸਰਦਾਰ ਜੈ ਸਿੰਘ ਜੀ ਕਨਈਆ ਮਿਸਲ ਦੇ ਸਰਦਾਰ ਬਾਬਾ ਬਘੇਲ ਸਿੰਘ ਜੀ ਕਰੋੜ ਸਿੰਘੀਆ ਮਿਸਲ, 12 ਹੀ ਮਿਸਲਾਂ ਖਾਲਸੇ ਦੀਆਂ ਦਿੱਲੀ 'ਚ ਆ ਡੇਰਾ ਲਾਇਆ। ਸਬਜ਼ੀ ਮੰਡੀ, ਮਜਨੂ ਦਾ ਟੇਲਾ, ਇਹਨਾਂ ਸਾਰੀਆਂ ਥਾਵਾਂ ਤੇ ਸਿੰਘਾਂ ਦੇ ਪੜਾਂ ਲੱਗੇ ਦੂਰ ਦੂਰ ਤੱਕ।
30,000 ਜਿੱਥੇ ਅਦਾਲਤ ਹੈ, ਇੱਥੇ ਖਾਲਸੇ ਦੀ 30,000 ਫੌਜ ਦਾ ਡੇਰਾ ਲੱਗਾ। ਇਸ ਕਰਕੇ ਨਾਮ 30,000 ਹੀ ਬਣ ਗਿਆ। ਸੋ ਖਾਲਸਾ ਜੀ ਜਦੋਂ ਬਾਬਾ ਜੀ ਸਿੰਘ ਸਾਹਿਬ, ਜੱਸਾ ਸਿੰਘ ਜੀ ਆਹਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਜੈ ਸਿੰਘ ਜੀ ਕਨਈਆ, ਬਾਬਾ ਬਘੇਲ ਸਿੰਘ ਜੀ, ਸਰਦਾਰ ਗਜਪਤ ਸਿੰਘ ਜੀ ਜੀਂਦ ਵਾਲੇ, ਇਸ ਤਰ੍ਹਾਂ ਸਾਰੇ ਸਿੰਘ ਇੱਥੇ ਆ ਗਏ ਤੇ ਬਾਦਸ਼ਾਹ ਨੂੰ ਬੜਾ ਫਿਕਰ ਹੋਇਆ ਵੀ ਮੇਰਾ ਤਾਂ ਰਾਜ ਖੁੱਸ ਗਿਆ, ਮੇਰੇ ਤਖਤ ਤੇ ਤਾਂ ਸਿੰਘ ਆ ਗਏ ਆ, ਹੁਣ ਕੀ ਕਰੀਏ? ਸਾਡਾ ਖਾਨਦਾਨੀ ਰਾਜ ਸੀ ਤੇ ਸਿੰਘਾਂ ਨੇ ਖੋਹ ਲਿਆ ਹੈ, ਕਿਸ ਨੂੰ ਵਿੱਚ ਪਾਈਏ? ਸਿੰਘ ਤਾਂ ਸਾਰਿਆਂ ਨੂੰ ਖਤਮ ਕਰ ਦੇਣਗੇ, ਮਾਰ ਦੇਣਗੇ, ਬਰਬਾਦ ਕਰ ਦੇਣਗੇ। ਵਜ਼ੀਰਾਂ, ਅਮੀਰਾਂ, ਕਾਜ਼ੀਆਂ, ਮੁਲਾਣਿਆਂ ਨੂੰ ਬੁਲਾ ਕੇ, ਉਲਮਾ, ਆਲਮ, ਫਾਜ਼ਲ ਲੋਕਾਂ ਨੂੰ ਬੁਲਾ ਕੇ ਬਾਦਸ਼ਾਹ ਨੇ ਸਲਾਹ ਪੁੱਛੀ, ਕੋਈ ਐਸਾ ਰਾਹ ਕੱਢੀਏ ਕਿ ਸਾਡਾ ਸਾਹ ਸੌਖਾ ਆਉਣ ਲੱਗ ਜਾਵੇ। ਦਿੱਲੀ ਵਿੱਚ ਇਹ ਸਿੰਘਾਂ ਤੋਂ ਅਸੀਂ ਕਿਸੇ ਤਰੀਕੇ ਨਾਲ ਆਪਣਾ ਬਚਾਅ ਕਰ ਲਈਏ ਖਾਲਸੇ। ਸਿਆਣਿਆਂ ਨੇ ਆਖਿਆ ਇਹ ਕੰਮ ਇਸ ਵੇਲੇ ਸਿਰਫ ਇੱਕੋ ਹਸਤੀ ਕਰ ਸਕਦੀ ਹੈ, ਉਹ ਸਮਰੂ ਦੀ ਬੇਗਮ ਹੈ। ਸਮਰੂ ਦੀ ਬੇਗਮ, ਸਮਰੂ ਸਾਧ ਸੰਗਤ ਜੀ ਇੱਕ ਫਰਾਂਸੀਸੀ ਜਰਨੈਲ ਸੀ। ਫਰਾਂਸ ਦੇ ਲੋਕ ਜਦੋਂ ਆਏ ਨੇ ਹਿੰਦੁਸਤਾਨ ਵਿੱਚ, ਉਹਨਾਂ ਨੇ ਵੀ ਇੱਥੇ ਕਾਫੀ ਮਾਰਾਂ ਮਾਰੀਆਂ ਨੇ। ਪੁਰਤਗਾਲੀ ਆਏ ਨੇ, ਫਰਾਂਸੀਸੀ ਆਏ ਨੇ, ਅੰਗਰੇਜ਼ ਆਏ ਨੇ। ਇਹਨਾਂ ਵੱਖਰੇ ਵੱਖਰੇ ਤੌਰ ਤੇ ਆਪਣੀਆਂ ਕੰਪਨੀਆਂ ਵੀ ਬਣਾਈਆਂ ਨੇ, ਰਿਆਸਤਾਂ ਕਾਇਮ ਕੀਤੀਆਂ ਨੇ ਤੇ ਕਈ ਜਰਨੈਲਾਂ ਨੇ ਇੱਥੇ ਸ਼ਾਦੀਆਂ ਕੀਤੀਆਂ। ਜਿਹੜਾ ਸਮਰੂ ਜਰਨੈਲ ਹੋਇਆ ਫਰਾਂਸੀਸ ਦਾ, ਫਰਾਂਸੀਸੀ, ਉਸ ਨੇ ਇੱਕ ਬੇਗਮ ਦੇ ਨਾਲ ਸ਼ਾਦੀ ਕੀਤੀ ਜੋ ਬਹੁਤ ਪੜ੍ਹੀ ਲਿਖੀ ਔਰ ਵਿਦਵਾਨ ਲੜਕੀ ਸੀ, ਔਰ ਉਸ ਨੂੰ ਪਰਮਾਤਮਾ ਨੇ ਜਿੱਥੇ ਅਧਿਆਤਮਿਕ ਤੌਰ ਤੇ ਵੀ ਉਹ ਕੁਰਾਨ ਸ਼ਰੀਫ ਦਾ ਪਾਠ ਕਰਨ ਵਾਲੀ, ਨਿਤਨੇਮ ਕਰਨ ਵਾਲੀ, ਭਜਨ ਕਰਨ ਵਾਲੀ, ਨਮਾਜ਼ ਪੜ੍ਹਨ ਵਾਲੀ, ਉੱਥੇ ਉਹ ਰਾਜਨੀਤੀ ਦੀਆਂ ਚਾਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਨ ਵਾਲੀ ਬਹਾਦਰ ਔਰਤ ਸੀ। ਸਮਰੂ ਦੀ ਬੇਗਮ ਕਿਤੇ ਜਾ ਰਹੀ ਸੀ, ਇਹ ਪੁਰਾਣੀ ਗੱਲ ਹੈ, ਲਗਭਗ ਦਿੱਲੀ ਫਤਿਹ ਤੋਂ 20 ਸਾਲ ਪਹਿਲੇ ਦੀ, ਕਿਉਂਕਿ ਸਮਰੂ ਦੀ ਬੇਗਮ ਬਹੁਤ ਛੋਟੀ ਉਮਰ 'ਚ ਵਿਧਵਾ ਹੋ ਗਈ। ਸਮਰੂ ਦੀ ਮੌਤ ਬਹੁਤ ਪਹਿਲਾਂ ਹੋ ਗਈ। ਉਹਨੇ ਆਪਣੇ ਪਤੀ ਦਾ ਰਾਜ ਸੰਭਾਲਿਆ, ਜਿਹੜਾ ਇਲਾਕਾ ਉਹਦੇ ਕੋਲ ਸੀ ਦਿੱਲੀ ਦੇ ਆਲੇ ਦੁਆਲੇ ਦਾ। ਸਮਰੂ ਦੀ ਬੇਗਮ ਉੱਥੇ ਆਪ ਰਾਜ ਕਰਦੀ ਸੀ। ਇੱਕ ਦਿਨ ਸਿੰਘਾਂ ਨਾਲ ਉਹਦੀ ਫੌਜ ਦਾ ਟਾਕਰਾ ਹੋ ਗਿਆ। ਜਦੋਂ ਸਿੰਘਾਂ ਦੀ ਫੌਜ ਦਾ ਤੇ ਸਮਰੂ ਦੀ ਬੇਗਮ ਦਾ ਟਾਕਰਾ ਹੋਇਆ, ਸਮਰੂ ਦੀ ਫੌਜ ਭੱਜ ਗਈ ਤੇ ਬੇਗਮ ਸਿੰਘਾਂ ਦੇ ਕਾਬੂ ਆ ਗਈ। ਬੇਗਮ ਨੂੰ ਫੜ ਕੇ ਜਥੇਦਾਰ ਬਾਬਾ ਬਘੇਲ ਸਿੰਘ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਬਾ ਜੀ ਨੇ ਵੇਖਿਆ ਬੇਗਮ ਬਹੁਤ ਘਬਰਾਈ ਹੋਈ ਹੈ। ਕਹਿਣ ਲੱਗੇ, ਭੈਣ ਜੀ ਚਿੰਤਾ ਨਾ ਕਰੋ, ਇਹ ਕਲਗੀਆਂ ਵਾਲੇ ਦਾ ਪੰਥ ਹੈ, ਤੂੰ ਪੰਥ ਦੀ ਸ਼ਰਨ ਆ ਗਈ ਹੈ, ਤੂੰ ਸਾਡੀ ਭੈਣ ਹੈ। ਔਰ ਤੇਰੀ ਅਸੀਂ ਭਰਾਵਾਂ ਦੀ ਤਰ੍ਹਾਂ ਪਾਲਣਾ ਕਰਾਂਗੇ। ਬਾਬਾ ਬਘੇਲ ਸਿੰਘ ਜੀ ਸਮਰੂ ਦੀ ਬੇਗਮ ਨੂੰ ਉਹਦੇ ਕੈਂਪ ਵਿੱਚ ਛੱਡ ਕੇ ਆਏ। ਜਿਵੇਂ ਇੱਕ ਭਾਈ ਆਪਣੀ ਭੈਣ ਨੂੰ ਵਿਦਾ ਕਰਦਿਆਂ ਬੜੇ ਬੜੇ ਕੀਮਤੀ ਤੋਹਫੇ ਦਿੰਦਾ ਹੈ, ਬਸਤਰ ਦਿੰਦਾ ਹੈ, ਭਰਾ ਦੀ ਤਰ੍ਹਾਂ ਸਾਰੇ ਫਰਜ਼ ਨਿਭਾ ਕੇ ਭੈਣ ਨੂੰ ਉਹਨੂੰ ਘਰ ਪਹੁੰਚਾਇਆ। ਉਹ ਬੇਗਮ ਅਸ਼ ਕਰ ਉੱਠੀ ਖਾਲਸੇ ਦਾ ਇਖਲਾਕ ਵੇਖ ਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੈਸਾ ਪੰਥ ਸਾਜਿਆ ਹੈ, ਹਮਲੇ ਜਾਨੋ ਪੰਥ ਉਚੇਰੇ, ਉੱਚੇ ਸੁੱਚੇ ਖਿਆਲਾਂ ਵਾਲਾ ਪੰਥ ਕਲਗੀਆਂ ਵਾਲੇ ਦਾ। ਬੇਗਮ ਪ੍ਰਭਾਵਿਤ ਹੋਈ ਭਾਈ ਸਾਹਿਬ ਦੀ ਸਕੀ ਭੈਣਾਂ ਤੋਂ ਵੱਧ ਕੇ। ਉਹਨੇ ਸਾਰੀ ਉਮਰ ਭਾਈ ਸਾਹਿਬ ਨਾਲ, ਬਾਬਾ ਬਘੇਲ ਸਿੰਘ ਜੀ ਨਾਲ ਨਿਭਾਈ।
ਹੁਣ ਬਾਦਸ਼ਾਹ ਸ਼ਾਹ ਆਲਮ ਸੋਚਾਂ 'ਚ ਪਿਆ ਹੈ ਕਿ ਮੈਂ ਇਹਨਾਂ ਸਿੰਘਾਂ ਤੋਂ ਆਪਣਾ ਖਹਿੜਾ ਕਿਵੇਂ ਛੁਡਾਵਾਂ। ਜਦੋਂ ਸਿੰਘ ਦਿੱਲੀ 'ਚ ਆ ਕੇ ਬਹਿ ਗਏ ਨੇ, ਖਾਲਸੇ ਨੇ ਮੇਰਾ ਰਾਜ ਖੋਹ ਲਿਆ ਹੈ, ਕਿਸੇ ਤਰੀਕੇ ਨਾਲ ਸਿੰਘਾਂ ਨੂੰ ਠੰਡਿਆ ਰੱਖਿਆ ਜਾਵੇ। ਸਿਆਣੇ ਕਹਿਣ ਲੱਗੇ ਇਹ ਕੰਮ ਤਾਂ ਸਿਰਫ ਸਮਰੂ ਦੀ ਬੇਗਮ ਹੀ ਕਰ ਸਕਦੀ ਹੈ, ਉਹਨੂੰ ਬੁਲਾਓ। ਬਾਦਸ਼ਾਹ ਨੇ ਸਮਰੂ ਦੀ ਬੇਗਮ ਨੂੰ ਸੱਦਿਆ। ਕਹਿਣ ਲੱਗਾ ਤੂੰ ਬੜੀ ਸਿਆਣੀ ਦਾਨਾ ਔਰਤ ਹੈ ਔਰ ਸਾਰੇ ਹਿੰਦੁਸਤਾਨ ਵਿੱਚ ਤੇਰੀ ਵਿਦਿਆ ਤੇਰੀ ਅਕਲ ਹੁਨਰ ਨੂੰ ਮੰਨਿਆ ਜਾਂਦਾ ਹੈ, ਔਰ ਖਾਸ ਤਾਂ ਪੰਥ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਉਹਦੇ ਵਿੱਚ ਤੇਰਾ ਬਹੁਤ ਸਤਿਕਾਰ ਹੈ। ਬਾਬਾ ਬਘੇਲ ਸਿੰਘ ਤੇਰਾ ਭਰਾ ਹੈ, ਤੇ ਜਿਵੇਂ ਹੋਵੇ ਤੂੰ ਮੇਰੀ ਬਘੇਲ ਸਿੰਘ ਨਾਲ ਮੁਲਾਕਾਤ ਕਰਾ, ਸਾਡੀ ਆਪਸ ਵਿੱਚ ਸੁਲ੍ਹਾ ਕਰਾ, ਕਿਸੇ ਤਰੀਕੇ ਨਾਲ ਇਹ ਲੜਾਈ ਝਗੜਾ ਦੰਗਾ ਫਸਾਦ ਟਲ ਜਾਵੇ, ਸਾਡਾ ਰਾਜ ਭਾਗ ਸਾਨੂੰ ਮਿਲ ਜਾਵੇ, ਜੋ ਸਿੰਘ ਚਾਹੁੰਦੇ ਨੇ ਉਹ ਸਿੰਘਾਂ ਨੂੰ ਮਿਲ ਜਾਵੇ। ਤਾਂ ਉਸ ਬਾਦਸ਼ਾਹ ਦੀ ਬੇਨਤੀ ਮੰਨ ਕੇ ਸਮਰੂ ਦੀ ਬੇਗਮ ਵਿਚਕਾਰ ਆਈ। ਕਹਿਣ ਲੱਗੀ ਬਾਦਸ਼ਾਹ ਖਤਰਾ ਤਾਂ ਬੜਾ ਵੱਡਾ ਹੈ। ਕਿਉਂ? ਤੁਹਾਡੇ ਵੱਡਿਆਂ ਨੇ, ਤੁਹਾਡੇ ਬਜ਼ੁਰਗਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਸੀ। ਤੁਹਾਡੇ ਵੱਡਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ। ਗੁਰੂ ਦੇ ਦੁੱਧ ਪੀਂਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ। ਗੁਰੂ ਕੇ ਲੱਖਾਂ ਸਿੰਘਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਹੈ। ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ। 18 ਤਰੀਕਿਆਂ ਨਾਲ ਤੁਸੀਂ ਸਿੱਖਾਂ ਨੂੰ ਮਾਰਦੇ ਰਹੇ ਹੋ, ਪਰ ਇਹ ਪੰਥ ਬੜਾ ਬਖਸ਼ਿੰਦ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜੇ ਤੂੰ ਮੈਨੂੰ ਵਿੱਚ ਪਾਇਆ ਹੈ ਤਾਂ ਮੈਂ ਆਪਣੇ ਵੀਰ ਬਘੇਲ ਸਿੰਘ ਨਾਲ ਗੱਲ ਕਰਾਂਗੀ। ਉਹ ਸਿਆਣਾ ਹੈ, ਦਾਨਾ ਹੈ, ਜੇ ਉਹ ਚਾਹੇਗਾ ਤੇ ਤੁਹਾਡੀ ਜਾਨ ਬਖਸ਼ੀ ਜਾਏਗੀ, ਤੁਹਾਡਾ ਕੁਝ ਭਲਾ ਹੋਵੇਗਾ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਸਮਰੂ ਕੀ ਬੇਗਮ ਨੇ ਸਾਰਾ, बीच आए कह काज सुधारा। समरू दी बेगम विचोला बन गई। बाबा बघेल सिंह जी कोल गई, कहन लगी वीर जी हिंदुस्तान दा बादशाह तुहाडी शरण च आउणा चाहुंदा है। आ एक तस्वीर इश्तिहारां ते छपी हुई है, तुसी देख रहे हो। दिल्ली गुरुद्वारा प्रबंधक कमेटी वालों जो उपराला कीता गया फतेह दिवस दा, 5 सिंह तखत ते बैठे हैं ते बादशाह हाथ जोड़ के खड़ा है। जिस बादशाह दे कचहरी विच चढ़दे तो लैके छिपदे तक ते बाकी बादशाह भी सिर झुकांदे सन। ईरान ते इराक दे बादशाह दिल्ली दे तखत अगे झुकदे सन। अज वो बादशाह खालसे दे अगे झुक गया। समरू दी बेगम विचकार विचोला बन के खलो गई, कहन लगी इस नूं बख्श दिओ। बाबा बघेल सिंह जी, बाबा जस्सा सिंह जी, पंथ दे सरदारां ने, सिंह साहबाना ने आखिया कि खालसे नूं किसे किस्म दा लालच नहीं है। सानू महाराज ने अविनाशी राज दिता है, वो राज जिहड़ा कदी खत्म ही नहीं होना, अटल राज है। जे तुसी पंथ दी शरण आए हो तां साडे जिहड़े गुरु घर हन दिल्ली दे विच इक्को ही लालच है खालसे नूं, खजानिਆਂ ਦਾ लालच नहीं। मैं कल भी बेनती कीती सी कि हिंदुस्तान नूं ਲੱਖਾਂ लोगों ने फतेह कीता होना। जदों दी धरती बनी है, बड़े बड़े हमलावर इत्थे चढ़ के आए, बादशाह आए, राजे महाराजे आए, खून खराबे हुंदे रहे, खून दीयां नदियां वगदियां रहियां, इस्त्रियां दीयां धीआं भैणां दीयां इज्जतां बर्बाद हुंदियां रहियां, खजाने लुटींदे रहे, पैसा जर जोरू जमीन पिछे बहुत कुछ होया।
ਖਾਲਸੇ ਨੇ ਦਿੱਲੀ ਫਤਿਹ ਕੀਤੀ, ਇੱਕ ਵੀ ਬੰਦਾ ਨਹੀਂ ਮਰਨ ਦਿੱਤਾ, ਇੱਕ ਵੀ ਕਿਸੇ ਦੀ ਜਾਨ ਸਿੰਘਾਂ ਨੇ ਨਹੀਂ ਲਈ, ਔਰ ਇੱਕ ਵੀ ਕੌਡੀ ਦਾ ਲਾਲਚ ਨਹੀਂ ਕੀਤਾ। ਤਖਤ ਦੇ ਉੱਤੇ ਬਹਿ ਕੇ ਕਹਿਣ ਲੱਗੇ ਸਾਡਾ ਜਿਹੜਾ ਮਕਸਦ ਹੈ, ਸਾਡਾ ਜਿਹੜਾ ਮਨੋਰਥ ਹੈ ਉਹ ਪੂਰਾ ਕਰ ਦਿਓ, ਅਸੀਂ ਦਿੱਲੀ ਛੱਡ ਕੇ ਚਲੇ ਜਾਵਾਂਗੇ, ਰਾਜ ਦੀ ਸਾਨੂੰ ਲਾਲਸਾ ਨਹੀਂ। ਬਾਦਸ਼ਾਹ ਕਹਿਣ ਲੱਗਾ ਹੁਕਮ ਕਰੋ। ਬਾਬਾ ਜੀ ਕਹਿਣ ਲੱਗੇ ਹੁਕਮ ਇਹ ਹੈ ਵੀ ਜਿਹੜੇ ਸਾਡੇ ਸਤਿਗੁਰਾਂ ਦੇ ਗੁਰੂ ਸਾਹਿਬਾਂ ਦੇ ਪਾਵਨ ਗੁਰਦੁਆਰੇ ਹਨ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨ ਪਏ, ਜਿੱਥੇ ਸਾਡੀਆਂ ਪੂਜਨੀਕ ਮਾਤਾਵਾਂ ਰਹੀਆਂ, ਉਹ ਅਸਥਾਨ ਅਸੀਂ ਕਾਇਮ ਕਰਨੇ ਹਾਂ। ਬਾਦਸ਼ਾਹ ਨੇ ਕਿਹਾ ਖੁਸ਼ੀ ਨਾਲ ਕਰੋ, ਔਰ ਮੈਨੂੰ ਜਿੰਨੀ ਸੇਵਾ ਕਹੋ ਸਾਰੀ ਮੈਂ ਕਰਾਂਗਾ। ਮਾਇਆ 96 16 ਆਨੇ ਵਿੱਚੋਂ 6 ਆਨੇ ਬਾਬਾ ਬਘੇਲ ਸਿੰਘ ਨੂੰ ਦੇਣਾ। ਬਾਦਸ਼ਾਹ ਮੰਨ ਗਿਆ, ਮੈਂ ਦਿਆਂਗਾ ਮਾਇਆ ਵੀ। ਹੋਰ ਜਿਹੜੀ ਸੇਵਾ ਕਹੋਗੇ ਸਾਰੇ ਸ਼ਹਿਰ ਦਾ ਜ਼ਿੰਮੇਵਾਰੀ ਤੁਹਾਡੀ ਹੋਵੇਗੀ, ਮਾਲਕ ਤੁਸੀਂ ਹੋਵੋਗੇ, ਬਾਦਸ਼ਾਹ ਤੁਸੀਂ ਹੋਵੋਗੇ, ਮੈਂ ਤਾਂ ਤੁਹਾਡਾ ਨੌਕਰ ਬਣ ਕੇ ਰਵਾਂਗਾ। ਹੁਣ ਉਸ ਬੀਬੀ ਨੂੰ ਭੈਣ ਕਿਹਾ ਸੀ ਨਾ, ਇਹ ਹੈ ਬਿਰਧ ਖਾਲਸੇ ਦਾ। ਆਖੋ ਸ੍ਰੀ ਵਾਹਿਗੁਰੂ। ਨਹੀਂ ਤਾਂ ਸਿੰਘਾਂ ਨੂੰ ਕੌਣ ਦਿੱਲੀ ਤੋਂ ਭੇਜ ਸਕਦਾ ਸੀ, ਕੌਣ ਕਹਿ ਸਕਦਾ ਸੀ? ਪਰ ਜਿਹਦੀ ਬਾਹ ਫੜਦਾ ਪੰਥ, ਬਾहें ਜਿਨ੍ਹਾਂ ਦੀ ਪਕੜੀ ਐ, ਸਿਰ ਦੀਜੈ ਬਾहें ਨਾ ਛੋੜੀਐ। ਬਾਬਾ ਜੀ ਨੇ ਨਾਲ ਦੇ ਸਿੰਘਾਂ ਨੂੰ ਕਿਹਾ ਕਿ ਖਾਲਸਾ ਜੀ ਹੁਣੇ ਬਾਦਸ਼ਾਹ ਸ਼ਰਨ ਪੈ ਗਿਆ ਹੈ ਤੇ ਆਪਾਂ ਗੁਰੂ ਘਰਾਂ ਦੀ ਸੇਵਾ ਕਰਾਣੀ ਹੈ, ਸਾਡਾ ਇਹ ਮਕਸਦ ਹੈ, ਉਹ ਪੂਰਾ ਕਰੀਏ। ਪੰਥ ਬਾਕੀ ਸਾਰਾ ਵਾਪਸ ਚਲਾ ਗਿਆ। 4000 ਸਿੰਘਾਂ ਸਮੇਤ ਬਾਬਾ ਬਘੇਲ ਸਿੰਘ ਜੀ ਦਿੱਲੀ ਵਿੱਚ ਟਿਕੇ ਰਹੇ। ਬਾਕੀ ਸਾਰੇ ਸਿੰਘ ਜਿਹੜਾ ਖਾਲਸਾ ਆਇਆ ਸੀ ਉਹ ਆਪਣੀਆਂ ਆਪਣੀਆਂ ਰਿਆਸਤਾਂ ਨੂੰ, ਪੰਜਾਬ ਨੂੰ, ਸਭ ਸਿੰਘ ਮਿਸਲਾਂ ਵਾਲੇ ਚਲੇ ਗਏ। ਬੁੱਢਾ ਦਲ ਵੀ ਚਲਾ ਗਿਆ, ਤਰਨਾ ਦਲ ਵੀ ਚਲਾ ਗਿਆ। ਬਾਬਾ ਬਘੇਲ ਸਿੰਘ ਜੀ ਦਿੱਲੀ ਵਿੱਚ ਟਿਕੇ। ਸਭ ਤੋਂ ਪਹਿਲਾ ਗੁਰਦੁਆਰਾ ਮਾਤਾ ਜੀ ਦਾ ਜਿਹੜਾ ਨਿਵਾਸ ਸਥਾਨ ਹੈ, ਇਹਦੀ ਸੇਵਾ ਸਭ ਤੋਂ ਪਹਿਲੇ ਕਰਵਾਈ। ਪੰਥ ਪ੍ਰਕਾਸ਼ ਦੇ ਅਨੁਸਾਰ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦਾ ਜੋ ਸਥਾਨ ਹੈ, ਉਹਦੀ ਸੇਵਾ ਕਰਾ ਕੇ ਉੱਥੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਬੜੀ ਸੁੰਦਰ ਤਿਆਰ ਕਰਵਾਈ ਵੀ ਇੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਕਰੇਗਾ। ਦੂਸਰਾ ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਹੋਇਆ ਹੈ। ਪੂਜਨੀਕ ਮਾਤਾਵਾਂ ਦਾ ਸੰਸਕਾਰ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਦੇ ਅੰਗੀਠੇ ਸਾਹਿਬ ਹਨ। ਇਹਨਾਂ ਦੋਵਾਂ ਸਥਾਨਾਂ ਦੀ, ਤਿੰਨਾਂ ਅੰਗੀਠੇ ਸਾਹਿਬਾਂ ਦੀ ਸੇਵਾ ਕਰਾਈ। ਔਰ ਫਿਰ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਸੇਵਾ। ਇਹ ਜੋ ਅਸਥਾਨ ਹਨ ਬੜੇ ਆਰਾਮ ਨਾਲ, ਬੜੀ ਸ਼ਾਂਤੀ ਨਾਲ ਤਿਆਰ ਹੋ ਗਏ। ਦਿੱਕਤ ਆਈ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਔਰ ਗੁਰਦੁਆਰਾ ਸੀਸਗੰਜ ਸਾਹਿਬ ਜੀ ਤੇ। ਅਨਮਤੀ ਲੋਕ ਜਿਹੜੇ ਪੰਥ ਦੀ ਸ਼ਾਨ ਨੂੰ ਬਰਦਾਸ਼ਤ ਨਹੀਂ ਸਨ ਕਰਦੇ, ਉਹਨਾਂ ਨੇ ਦਾਅਵਾ ਕਰ ਦਿੱਤਾ ਇਹ ਜਗ੍ਹਾ ਸਾਡੀ ਹੈ, ਇਹਦੇ ਉੱਤੇ ਕਿਸੇ ਦੂਸਰੇ ਧਰਮ ਦਾ ਅਸੀਂ ਗੁਰਦੁਆਰਾ ਨਹੀਂ ਬਣਨ ਦੇਣਾ। ਜਿਵੇਂ ਦੰਗਾ ਫਸਾਦ ਦਾ ਮਾਹੌਲ ਖੜਾ ਕਰ ਦਿੱਤਾ। ਬਹੁਤ ਜ਼ਿਆਦਾ ਰੌਲਾ ਦਿੱਲੀ ਵਿੱਚ ਪੈ ਗਿਆ ਵੀ ਸਿੱਖ ਜਿਹੜੇ ਹਨ ਇਹ ਧੱਕਾ ਕਰਨ ਲੱਗੇ ਆ, ਸਾਡੇ ਅਸਥਾਨਾਂ ਉੱਤੇ ਆ ਕੇ ਇਹ ਗੁਰਦੁਆਰਾ ਬਣਾਉਣ ਲੱਗੇ। ਉਹਨਾਂ ਲੋਕਾਂ ਨੇ ਬਾਦਸ਼ਾਹ ਦੇ ਖਿਲਾਫ ਵੀ ਰੌਲਾ ਪਾ ਦਿੱਤਾ ਕਿ ਬਾਦਸ਼ਾਹ ਕਾਫਰ ਹੋ ਗਿਆ ਹੈ, ਕਾਫਰਾਂ ਦੀ ਮਦਦ ਕਰਦਾ ਹੈ। ਬਾਦਸ਼ਾਹ ਦੋਵੇਂ ਪਾਸਿਆਂ ਤੋਂ ਕੁੜਿੱਕੀ 'ਚ ਫਸ ਗਿਆ। ਬਾਬਾ ਬਘੇਲ ਸਿੰਘ ਜੀ ਨੂੰ ਬੁਲਾ ਕੇ ਕਹਿਣ ਲੱਗਾ, ਬਾਬਾ ਜੀ ਹੁਣ ਮੈਂ ਕੀ ਕਰਾਂ? ਇੱਕ ਪਾਸੇ ਗੁਰੂ ਘਰਾਂ ਦੀ ਸੇਵਾ ਮੈਂ ਤੁਹਾਨੂੰ ਲਿਖ ਕੇ ਦਿੱਤੀ ਹੈ, ਦੂਜੇ ਪਾਸੇ ਇਹ ਲੋਕ ਮੈਨੂੰ ਨਹੀਂ ਜੀਣ ਦਿੰਦੇ, ਮੇਰੇ ਤੇ ਫਤਵੇ ਲਾਉਂਦੇ ਹਨ। ਬਾਬਾ ਬਘੇਲ ਸਿੰਘ ਸਾਹਿਬ ਜੀ ਨੇ
ਕਿਹਾ ਤੂੰ ਫਿਕਰ ਨਾ ਕਰ, ਇਹ ਆਪੇ ਲਿਖ ਕੇ ਦੇਣਗੇ ਤੈਨੂੰ, ਤੂੰ ਚਿੰਤਾ ਨਾ ਕਰ, ਇਹ ਆਪੇ ਕਹਿਣਗੇ ਵੀ ਗੁਰਦੁਆਰੇ ਬਣਾ ਲਓ। ਉਹ ਕਹਿੰਦੇ ਕਿਵੇਂ ਕਹਿਣਗੇ? ਕਹਿੰਦੇ ਉਹ ਸਾਡਾ ਕੰਮ ਹੈ, ਅਸੀਂ ਆਪੇ ਕਰਾ ਲੈਣਾ। ਬਾਬਾ ਬਘੇਲ ਸਿੰਘ ਜੀ ਨੇ ਪੰਜਾਬ ਦੇ ਵਿੱਚ ਸਿੰਘਾਂ ਨੂੰ ਸੂਚਨਾ ਭੇਜੀ। ਫਿਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਜੈ ਸਿੰਘ ਜੀ ਕਨ੍ਹਈਆ, ਹੋਰ ਸਿੰਘ ਮਿਸਲਾਂ ਦੇ ਸਾਰੇ ਫਿਰ ਦਿੱਲੀ 'ਚ ਆ ਗਏ। ਆਲੇ ਦੁਆਲੇ ਦਿੱਲੀ ਦੇ ਫਿਰ ਖਾਲਸੇ ਦੇ ਡੇਰੇ ਪੈ ਗਏ। ਸੋ ਜਦੋਂ ਦਿੱਲੀ 'ਚ ਸਿੰਘਾਂ ਦਾ ਦਲ ਆਇਆ, ਬਾਬਾ ਜੀ ਨੇ ਪਹਿਲਾਂ ਹੀ ਨਕਸ਼ੇ ਤਿਆਰ ਕਰਵਾਏ ਹੋਏ ਸਨ ਵੀ ਕਿਹੜੇ ਦੁਸ਼ਟ ਦੀ ਕੋਠੀ ਕਿੱਥੇ ਹੈ, ਘਰ ਕਿੱਥੇ ਹੈ, ਉੱਥੇ ਜਾ ਕੇ ਰਾਤ ਨੂੰ ਦੱਬ ਲਏ। ਸੁੱਤੇ ਪਿਆਂ ਨੂੰ ਦੱਬ ਕੇ ਸ੍ਰੀ ਸਾਹਿਬਾਂ ਰੱਖੀਆਂ ਛਾਤੀ ਤੇ। ਹਾਂ, ਲਿਖ ਕੇ ਦਿੰਦੇ ਹੋ ਵੀ ਗੁਰਦੁਆਰੇ ਬਣਾਉਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ, ਸੀਸਗੰਜ ਤੇ ਰਕਾਬਗੰਜ। ਉਹ ਕਹਿੰਦੇ ਸਾਡੀ ਜਾਨ ਬਖਸ਼ੋ, ਜੋ ਮਰਜ਼ੀ ਲਿਖਵਾ ਲਓ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਉਹਨਾਂ ਨੇ ਲਿਖ ਦਿੱਤਾ, ਸਾਨੂੰ ਕੋਈ ਇਤਰਾਜ਼ ਨਹੀਂ, ਗੁਰੂ ਘਰ ਬਣ ਜਾਵੇ। ਬਾਬਾ ਜੀ ਨੇ ਉਹਨਾਂ ਕੋਲੋਂ ਲਿਖਵਾ ਕੇ ਬਾਦਸ਼ਾਹ ਅੱਗੇ ਰੱਖ ਦਿੱਤਾ। ਬਾਦਸ਼ਾਹ ਫਿਕਰ ਨਾ ਕਰ, ਉਹਨੇ ਤੈਨੂੰ ਕਹਿਣ ਜੋਗੇ ਨਹੀਂ ਰਹੇ, ਇਹਨਾਂ ਦੇ ਅਸੀਂ ਹੱਥ ਵਢਾ ਲਏ ਹਨ। ਉਹ ਮੁੜ ਕੇ ਕੁਸਕੇ ਨਹੀਂ। ਗੁਰਦੁਆਰਾ ਰਕਾਬਗੰਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸੰਸਕਾਰ ਵਾਲਾ ਸਥਾਨ ਹੈ, ਉਹਦੇ ਥੱਲੇ ਗਰੀਬ ਨਵਾਜ਼ ਜੀ ਦੇ ਅੰਗੀਠੇ ਸਾਹਿਬ ਜੀ ਦੀ ਵਿਭੂਤੀ, ਮਹਾਰਾਜ ਜੀ ਦੇ ਪਾਵਨ ਸਰੀਰ ਦੇ ਪਾਵਨ ਪਵਿੱਤਰ ਅੰਗ, ਉਹ ਉਸ ਜਿੱਥੇ ਅੱਜ ਕੱਲ ਪ੍ਰਕਾਸ਼ ਹੁੰਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਰਕਾਬਗੰਜ ਸਾਹਿਬ, ਇਹਦੇ ਥੱਲੇ ਜ਼ਮੀਨ ਦੇ ਵਿੱਚ ਦੋਵੇਂ ਗਾਗਰਾਂ 'ਚ ਪਾ ਕੇ ਭਾਈ ਲੱਖੀ ਸ਼ਾਹ ਵਣਜਾਰਾ ਰੱਖ ਗਿਆ ਸੀ। ਜਦੋਂ ਉਹ ਜ਼ਮੀਨ ਪੁੱਟੀ ਥੱਲਿਓਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਅੰਗੀਠਾ ਸਾਹਿਬ ਜੀ ਦਾ ਜੋ ਸਾਰੀ ਵਿਭੂਤੀ ਉਹ ਪ੍ਰਾਪਤ ਹੋਈ। ਜੋ ਗੁਰਦੁਆਰਾ ਸੀਸਗੰਜ ਸਾਹਿਬ ਹੈ, ਇਹਦਾ ਪਤਾ ਨਹੀਂ ਸੀ ਚੱਲਦਾ ਵੀ ਇਹ ਅਸਥਾਨ ਕਿੱਥੇ ਹੈ। ਚਾਂਦਨੀ ਚੌਂਕ ਦਾ ਤਾਂ ਪਤਾ ਸੀ। ਬਾਬਾ ਬਘੇਲ ਸਿੰਘ ਜੀ ਉੱਥੇ ਫਿਰ ਕੇ ਲੋਕਾਂ ਨੂੰ ਪੁੱਛਿਆ, ਭਾਈ ਦੱਸੋ ਸਾਡੇ ਸਤਿਗੁਰੂ ਕਿੱਥੇ ਸ਼ਹੀਦ ਹੋਏ ਸਨ? 115 ਸਾਲ ਦੀ ਇੱਕ ਬਿਰਧ ਮਾਈ, ਬਿਰਧ ਅਵਸਥਾ ਉਹਦੀ, ਮੁਸਲਮਾਨੀ। ਸਾਧ ਸੰਗਤ ਜੀ, ਮੁਸਲਮਾਨਾਂ ਨੇ ਵੀ ਗੁਰਦੁਆਰਿਆਂ ਦੀ ਬਣਾਉਣ ਵਿੱਚ ਸੇਵਾ ਨਿਭਾਈ। ਉਸ ਮਾਈ ਦੀ ਵੀ ਸੇਵਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਵੀ ਸਾਰੀ ਕੌਮ ਮਾੜੀ ਨਹੀਂ ਹੁੰਦੀ, ਸਾਰੇ ਚੰਗੇ ਨਹੀਂ ਹੁੰਦੇ, ਸਾਰਿਆਂ ਵਿੱਚ ਇਨਸਾਨ ਚੰਗੇ ਮਾੜੇ ਹੁੰਦੇ ਹਨ। ਕਿਸੇ ਜਾਤੀ ਨੂੰ, ਕਿਸੇ ਮਜ਼ਹਬ ਨੂੰ, ਕਿਸੇ ਕੌਮ ਨੂੰ ਨਿੰਦ ਦੇਣਾ ਸਿਆਣਪ ਨਹੀਂ ਹੈ। ਉਹ ਮੁਸਲਮਾਨ ਮਾਸ਼ਕਣ, ਮਾਸ਼ਕੀ ਹੁੰਦੇ ਆ ਜਿਹੜੇ ਪਾਣੀ ਦੀ ਮਸ਼ਕ ਭਰ ਕੇ, ਪੁਰਾਣੇ ਜ਼ਮਾਨੇ 'ਚ ਮਸ਼ਕਾਂ ਹੁੰਦੀਆਂ ਸਨ ਚਮੜੇ ਦੀਆਂ, ਉਹ ਪਾਣੀ ਭਰ ਕੇ ਪਿਆਂਦੇ ਸਨ। ਉਹ ਮਾਸ਼ਕਣ ਕਹਿਣ ਲੱਗੀ ਮੇਰਾ ਪਤੀ ਮਾਸ਼ਕੀ ਸੀ। ਉਹ ਮਸ਼ਕ ਪਾਣੀ ਦੀ ਭਰ ਕੇ ਕੋਲ ਖੜਾ ਸੀ। ਪੂਰਬ ਵਾਲੇ ਪਾਸੇ ਤੁਹਾਡੇ ਗੁਰੂ ਦਾ ਮੂੰਹ ਸੀ। ਐਸ ਖੂਹ ਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ ਸੀ ਔਰ ਇੱਥੋਂ ਉੱਠ ਕੇ ਆਹ ਜਗ੍ਹਾ ਤੇ ਬੈਠੇ ਸਨ ਤੇ ਪੂਰਬ ਵਾਲੇ ਚੜ੍ਹਦੇ ਵਾਲੇ ਪਾਸੇ ਉਹਨਾਂ ਨੇ ਪਾਠ ਜਪਜੀ ਸਾਹਿਬ ਦਾ ਕੀਤਾ ਸੀ। ਸਮਾਣੇ ਦਾ ਜਲਾਦ ਜਲਾਲੂਦੀਨ ਤਲਵਾਰ ਲੈ ਕੇ ਸਿਰ ਤੇ ਖੜਾ ਸੀ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਹਿ ਕੇ ਜਦੋਂ ਨੌਵੇਂ ਪਾਤਸ਼ਾਹ ਨੇ ਸੀਸ ਝੁਕਾਇਆ ਸੀ ਤੇ ਜਲਾਲੂਦੀਨ ਨੇ ਤੇਗ ਦਾ ਵਾਰ ਕੀਤਾ ਸੀ, ਆਹ ਜਗ੍ਹਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਗੁਰੂ ਸ਼ਹੀਦ ਹੋਏ ਸਨ। ਬਾਬਾ ਬਘੇਲ ਸਿੰਘ ਜੀ ਨੇ ਉਸੇ ਅਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸਥਾਪਨਾ ਕੀਤੀ। ਸੋ ਸਾਧ ਸੰਗਤ ਜੀ, ਇਹ ਗੁਰਦੁਆਰਿਆਂ ਦੀ ਸੇਵਾ ਬਹੁਤ ਵੱਡਾ ਕਾਰਜ ਸੀ। ਜੇ ਉਸ ਵੇਲੇ ਉਹ ਇਤਿਹਾਸ ਨਾ ਸਾਂਭਿਆ ਜਾਂਦਾ, ਅੱਜ ਸਾਨੂੰ ਕਿਵੇਂ ਪਤਾ ਲੱਗਦਾ ਕਿ ਇੱਥੇ ਨੌਵੇਂ ਪਾਤਸ਼ਾਹ ਸ਼ਹੀਦ ਹੋਏ ਨੇ, ਇੱਥੇ ਸੰਸਕਾਰ ਹੋਇਆ। ਇਹ ਗੁਰੂ ਘਰ ਕਾਇਮ ਕਰਨੇ ਅੱਜ ਤਾਂ ਬੜੇ ਸੌਖੇ ਨੇ, ਗੁਰੂ ਘਰ ਬਣਾਉਣੇ ਉਸ ਵੇਲੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਕੇ ਉਹ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਮੁਤਸਬੀ ਸਨ,
ਈਰ ਖਾਲੂ ਸਨ, ਉਹ ਰਾਜ ਰੋੜੇ ਵੀ ਡਾ ਰਹੇ ਸਨ ਵੀ ਕਿਤੇ ਗੁਰਦੁਆਰੇ ਬਣ ਨਾ ਜਾਣ। ਉਹਨਾਂ ਨੂੰ ਵੀ ਕਾਬੂ ਕੀਤਾ ਤੇ ਸ਼ਰਧਾਲੂਆਂ ਦੀ ਸ਼ਰਧਾ ਪੂਰੀ ਕੀਤੀ। ਨਿਸ਼ਾਨ ਸਾਹਿਬ ਝੁਲਾਏ ਦਿੱਲੀ ਦੇ ਵਿੱਚ। ਐਸੀ ਖਾਲਸੇ ਨੇ ਘਾਲਣਾ ਘਾਲੀ ਹੈ। ਉਹ ਜੋ ਦਿਹਾੜਾ ਆਪਾਂ ਸਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨ ਸਾਹਿਬ ਅਥਵਾ ਉਹਨਾਂ ਦੇ ਸਾਰੇ ਪ੍ਰਬੰਧਕ ਸਰਦਾਰ ਪਰਮਜੀਤ ਸਿੰਘ ਅਤੇ ਹੋਰ ਗੁਰਮੁਖ ਪਿਆਰੇ ਸਾਰੇ ਸਹਿਯੋਗੀ ਰਲ ਮਿਲ ਕੇ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ, ਤਰਨਾ ਦਲ, ਨਿਹੰਗ ਸਿੰਘਾਂ ਦੀਆਂ ਸਾਰੀਆਂ ਹੀ ਜਥੇਬੰਦੀਆਂ, ਗੁਰੂ ਕੀਆਂ ਫੌਜਾਂ ਵੀ ਪਹੁੰਚ ਚੁੱਕੀਆਂ ਹਨ ਔਰ ਪਹੁੰਚ ਰਹੀਆਂ ਹਨ। ਕੱਲ੍ਹ ਨੂੰ ਸਾਰਿਆਂ ਨੇ ਉਹ ਫਤਿਹ ਦਿਵਸ ਮਨਾਉਣਾ ਹੈ। ਆਓ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਚੱਲ ਰਹੀ ਹੈ, ਇਸ ਅੰਮ੍ਰਿਤ ਕੁੰਡ ਵਿੱਚ ਆਪਾਂ ਵੀ ਚੁੱਭੇ ਲਾ ਲਈਏ। ਬਾਣੀ ਅੰਮ੍ਰਿਤ ਹੈ ਖਾਲਸਾ ਜੀ, ਜਿਹੜਾ ਇਸ ਬਾਣੀ ਅੰਮ੍ਰਿਤ ਨੂੰ ਪੀਵੇਗਾ ਅਮਰ ਹੋ ਜਾਏਗਾ। ਆਓ ਪਿਆਰ ਵਿੱਚ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਤੇ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਗਰੀਬ ਨਵਾਜ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਸੰਗਤ ਸਿਉ ਮੇਲ ਭਇਆ, ਹਰ ਹਰ ਨਾਮ ਸਮਾਏ RAM। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਬੜੀ ਕਿਰਪਾ ਹੋਈ, ਬਖਸ਼ਿਸ਼ ਹੋਈ ਕਿ ਸਾਨੂੰ ਸੰਤਾਂ ਦੀ ਸੰਗਤ ਮਿਲ ਗਈ। ਜਿਹੜੇ ਬੰਦੇ ਨੂੰ ਰੱਬ ਬਹੁਤ ਜ਼ਿਆਦਾ ਕਿਰਪਾ ਕਰਦਾ, ਬਹੁਤ ਕਿਰਪਾ ਕਰਦਾ, ਉਹਨੂੰ ਕੀ ਦਿੰਦਾ? ਉਹਨੂੰ ਸਾਧੂ ਦੀ ਸੰਗਤ ਦਿੰਦਾ ਹੈ, ਨਾਮ ਜਪਣ ਵਾਲੇ ਦੀ ਸੰਗਤ ਦਿੰਦਾ। ਰੋਜ਼ ਅਰਦਾਸੇ ਕਰਦੇ ਆ, ਸਈ ਗੁਰਮੁਖ ਪਿਆਰੇ ਮੇਲੋ ਜੀ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਪੜ੍ਹਦੇ ਆ ਪਰ ਧਿਆਨ ਕਿਤੇ ਹੋਰ ਹੀ ਗਿਆ ਹੁੰਦਾ। ਇਹ ਸ਼ਬਦ ਬਹੁਤ ਮਹੱਤਵਪੂਰਨ। ਇਹੀ ਮੰਗ ਲਈਏ ਨਾ ਗੁਰੂ ਕੋਲੋਂ, ਸਾਰਾ ਕੁਝ ਇਹਦੇ ਵਿੱਚ ਹੀ ਆ ਜਾਣਾ। ਅੱਜ ਤੱਕ ਕਿਸੇ ਇਨਸਾਨ ਨੂੰ ਜੋ ਕੁਝ ਵੀ ਮਿਲਿਆ ਹੈ ਉਹਦੀ ਸੰਗਤ ਨੇ ਦਿੱਤਾ ਹੈ। ਕਿਸੇ ਨੇ ਵਪਾਰੀਆਂ ਦੀ ਸੰਗਤ ਕੀਤੀ, ਬੜਾ ਵੱਡਾ ਵਪਾਰੀ ਬਣ ਗਿਆ। ਕਿਸੇ ਨੇ ਜੁਆਰੀਆਂ ਦੀ ਸੰਗਤ ਕੀਤੀ, ਬੜਾ ਵੱਡਾ ਜੁਆਰੀ ਬਣ ਗਿਆ। ਕਿਸੇ ਨੇ ਚੋਰਾਂ ਦੀ ਸੰਗਤ ਕੀਤੀ, ਚੋਰ ਬਣ ਗਿਆ। ਕਿਸੇ ਨੇ ਸਾਧਾਂ ਦੀ ਸੰਗਤ ਕੀਤੀ, ਸਾਧ ਬਣ ਗਿਆ। ਤੇ ਸਾਧ ਕੀ ਹੈ? ਮਹਾਰਾਜ ਕਹਿੰਦੇ ਸਾਧ ਰੂਪ ਆਪਣਾ ਤਨ ਧਾਰਿਆ। ਪਰਮਾਤਮਾ ਨੇ ਹੀ ਸਾਧ ਦਾ ਰੂਪ ਧਾਰਿਆ ਹੋਇਆ। ਰਾਮ ਸੰਤ ਮੈਂ ਭੇਦ ਕਿਛ ਨਾਹੀ। ਪਰਮਾਤਮਾ ਵਿੱਚ ਤੇ ਪਰਮਾਤਮਾ ਦੇ ਬੰਦਿਆਂ 'ਚ ਕੋਈ ਫਰਕ ਨਹੀਂ ਹੈ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ। ਅੱਜ ਤੱਕ ਕਿਸੇ ਨੂੰ ਵੀ ਰੱਬ ਮਿਲਿਆ ਹੈ, ਉਹ ਸਾਧੂ ਦੇ ਰੂਪ ਵਿੱਚ ਹੀ ਮਿਲਿਆ ਹੈ। ਕਿਸੇ ਨੂੰ ਵੀ ਪਰਮਾਤਮਾ ਦੇ ਦਰਸ਼ਨ ਹੋਏ ਨੇ ਤੇ ਉਹ ਕਿਸੇ ਮਹਾਪੁਰਸ਼ ਦੇ ਰੂਪ ਵਿੱਚ ਹੀ ਹੋਏ ਨੇ। ਭਾਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਹੋਣ, ਭਾਵੇਂ ਕਲਗੀਧਰ ਪਿਤਾ ਜੀ ਮਹਾਰਾਜ ਦੇ ਰੂਪ ਵਿੱਚ ਹੋਣ, ਉਹ ਸੰਤ ਰੂਪ ਵਿੱਚ, ਸਾਧੂ ਰੂਪ ਵਿੱਚ, ਗੁਰੂ ਰੂਪ ਵਿੱਚ ਹੀ ਪਰਮਾਤਮਾ ਦਿਸਦਾ ਹੈ। ਆਖੋ ਸਤਨਾਮ ਸ੍ਰੀ। ਅੱਜ ਵੀ ਉਹ ਖਾਲਸੇ ਪੰਥ ਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ, ਗੁਰੂ ਦੀ ਸੰਗਤ 'ਚ ਬੈਠਦੇ ਨੇ, ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ, ਉਹਨਾਂ ਸੰਤਾਂ ਦੀ ਸੰਗਤ ਵਿੱਚ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਹੋਰ ਕਿਤੋਂ ਨਹੀਂ ਪ੍ਰਾਪਤੀ ਹੁੰਦੀ। ਸੰਤ ਸੰਗਤ ਸਿਉ ਮੇਲ ਪਿਆ, ਬੜੀ ਕਿਰਪਾ ਹੋਈ ਹੈ। ਸ਼ਾਂਤ ਚਿਤ ਮਹਾਤਮਾ ਮਹਾਪੁਰਸ਼ਾਂ ਦੀ ਸੰਗਤ ਨਾਲ ਸਾਡਾ ਮਿਲਾਪ ਹੋ ਗਿਆ ਹੈ। ਉੱਥੇ ਕੀ ਹੋਇਆ? ਹਰ ਹਰ ਨਾਮ ਸਮਾਏ RAM। ਜਿਹੜੇ ਸੰਤ ਸੰਗਤ 'ਚ ਆ ਕੇ ਬੈਠ ਜਾਂਦੇ ਨੇ,
ਉਹਨਾਂ ਦੇ ਸਰੀਰ ਦੇ ਵਿੱਚ, ਉਹਨਾਂ ਦੇ ਸਵਾਸਾਂ ਦੇ ਵਿੱਚ, ਉਹਨਾਂ ਦੇ ਰੋਮ ਰੋਮ ਦੇ ਵਿੱਚ, ਉਹਨਾਂ ਦੀ ਸੁਰਤੀ ਵਿੱਚ ਨਾਮ ਸਮਾ ਜਾਂਦਾ ਹੈ। ਉਹ ਨਾਮ ਵਿੱਚ ਲੀਨ ਹੋ ਜਾਂਦੇ ਨੇ। ਨਾਮ ਔਰ ਨਾਮੀ ਅਭੇਦ ਹਨ। ਪਰਮਾਤਮਾ ਤੇ ਪਰਮਾਤਮਾ ਦੇ ਨਾਮ 'ਚ ਕੋਈ ਫਰਕ ਨਹੀਂ ਹੈ। ਤੇ ਸਾਧ ਸੰਗਤ ਜੀ, ਜਪਣ ਵਾਲੇ 'ਚ ਵੀ ਫਰਕ ਨਹੀਂ ਰਹਿਣਾ। ਜਪ ਕੇ ਵੇਖੋ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ ਦਾ ਹੀ ਰੂਪ ਹੋ ਜਾਓਗੇ। ਜਿੰਨਾ ਸਿਮਰਨ ਕਰਾਂਗੇ, ਸਿਮਰਨ ਰੂਪ ਹੀ ਹੋ ਜਾਵਾਂਗੇ। ਤੇ ਸਿਮਰਨ ਪਰਮੇਸ਼ਰ ਦੇ ਵਿੱਚ ਲੈ ਜਾਂਦਾ ਹੈ, ਅਭੇਦ ਕਰ ਦਿੰਦਾ। ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਏ, ਹਰ ਕੈ ਨਾਮ ਲਿਵ ਲਾਏ ਰਾਮ। ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗੁਰੂ का मंत्र है। वाहिगुरु गुर मंत्र है, जप हउमੈ खोई। ਇਹ ਗੁਰੂ का ਸ਼ਬਦ ਹੈ। ਇਸ ਸ਼ਬਦ ਦਾ ਜਪ ਕਰਨ ਨਾਲ ਕੀ ਹੁੰਦਾ ਹੈ? ਸਦ ਜੀਵਨ ਮੁਕਤ ਭਏ, ਸਦਾ ਸਦਾ ਲਈ ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਰ ਕੇ ਮੁਕਤੀ ਪਤਾ ਨਹੀਂ ਹੋਵੇ ਕਿ ਨਾ ਹੋਵੇ। ਬੇਣੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਦਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਭਗਤ ਬੇਣੀ ਜੀ ਕਹਿੰਦੇ ਨੇ, ਸੰਤ ਜਨੋ, ਕੋਈ ਦੇਖਿਆ ਹੈ ਜਾ ਕੇ ਕਿ ਉਹ ਫਲਾਣਾ ਬੰਦਾ ਮੁਕਤ ਹੋਇਆ ਜਾਂ ਨਹੀਂ ਹੋਇਆ ਮਰਨ ਤੋਂ ਬਾਅਦ? ਸਾਨੂੰ ਕੀ ਪਤਾ ਮੁਕਤ ਹੋਇਆ ਕਿ ਨਹੀਂ ਮੁਕਤ ਹੋਇਆ। ਮੁਏ हुए जो मुक्त ते हो गए, मुक्त ना जाने कोयला। ਭਗਤ ਨਾਮਦੇਵ ਜੀ ਕਹਿੰਦੇ, ਜੇ ਮਰਿਆਂ ਨੂੰ ਮੁਕਤੀ ਦਿਓਗੇ, ਉਹ ਪਤਾ ਨਹੀਂ ਕਿੱਦਾਂ ਦੀ ਹੋਵੇਗੀ। ਉਹਦਾ ਤੇ ਸਾਨੂੰ ਵੀ ਨਹੀਂ ਅਨੁਭਵ। ਉਹ ਜਿਉਂਦਿਆਂ ਮੁਕਤ ਕਰ ਦਿਓ ਮੇਰੇ ਮਾਲਕ। ਆਖੋ ਸ੍ਰੀ ਵਾਹਿਗੁਰੂ। ਖਾਲਸੇ ਨੂੰ ਜਿਉਂਦਿਆਂ ਮੁਕਤ ਕਰ ਦਿੱਤਾ। ਮੋਹ ਮਾਇਆ ਤੋਂ ਨਿਰਲੇਪ, ਰਾਗ ਦਵੇਸ਼ ਤੋਂ ਉੱਪਰ ਆਤਮਾ ਵਿੱਚ ਟਿਕੇ ਹੋਏ ਤਤ ਬੇਤੇ ਮਹਾਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਮੰਝ ਵਰਗੇ, ਭਾਈ ਦਇਆ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ ਸਾਰੇ ਜੀਵਨ ਮੁਕਤੀ ਗਿਆਨੀ ਹੋਏ ਹਨ। ਆਖੋ ਸ੍ਰੀ ਵਾਹਿਗੁਰੂ। ਕਾਹਦੇ ਨਾਲ ਹੋਏ ਨੇ? ਸ਼ਬਦ ਨਾਲ। ਜੀਵਨ ਮੁਕਤ ਭਏ, ਹਰ ਕੈ ਨਾਮ ਲਿਵ ਲਾਏ ਰਾਮ। ਜਿਨ੍ਹਾਂ ਨੇ ਹਰੀ ਦੇ ਨਾਮ ਵਿੱਚ ਲਿਵ ਲਾ ਲਈ ਹੈ। ਹਰ ਨਾਮ ਚਿਤ ਲਾਏ, ਗੁਰ ਮੇਲ ਮਿਲਾਏ, ਮਨੁਆ ਰੱਤਾ ਹਰ ਨਾਲੇ। ਜਿਨ੍ਹਾਂ ਨੇ ਹਰ ਨਾਮ ਵਿੱਚ ਆਪਣਾ ਚਿੱਤ ਲਾ ਲਿਆ ਹੈ, ਉਹਨਾਂ ਨੂੰ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਵਿਚੋਲਾ ਗੁਰੂ ਹੈ ਮਿਲਾਉਣ ਵਾਲਾ, ਪਰ ਮਿਲਾਏਗਾ ਸ਼ਬਦ ਦੁਆਰਾ ਹੀ। ਗੁਰੂ ਜੇ ਕੋਲ ਤੁਸੀਂ ਜਾਓ, ਗੁਰੂ ਨੂੰ ਮੱਥਾ ਟੇਕੋ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਤੇ ਤੁਹਾਨੂੰ ਗੁਰਮੰਤਰ ਦੇ ਦੇਵੇ। ਉਹ ਗੁਰਮੰਤਰ ਤੁਸੀਂ ਜਪਣ ਲੱਗ ਜਾਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਉਹਦੇ ਨਾਲ ਮੇਲ ਹੋਣਾ। ਮਨੁਆ ਰੱਤਾ ਹਰ ਨਾਲੇ, ਮਨ ਹਰੀ ਦੇ ਰੰਗ ਵਿੱਚ ਰੰਗਿਆ ਗਿਆ, ਰੱਤਾ ਗਿਆ। ਸੁਖ ਦਾਤਾ ਪਾਇਆ, ਮੋਹ ਚੁਕਾਇਆ, ਅਨ ਦਿਨ ਨਾਮ ਸੰਭਾਲੇ। ਸੁੱਖਾਂ ਦਾ ਦਾਤਾ ਵਾਹਿਗੁਰੂ ਪ੍ਰਾਪਤ ਕਰ ਲਿਆ। ਜਿਸ ਨੇ ਵਾਹਿਗੁਰੂ ਪਾ ਲਿਆ, ਜਿਸ ਨੇ ਗੁਰੂ ਪਾ ਲਿਆ, ਉਹਦੇ ਅੰਦਰੋਂ ਮੋਹ ਖਤਮ ਹੋ ਗਿਆ। ਅੱਜ ਅਸੀਂ ਸਾਧ ਸੰਗਤ ਜੀ ਕਈ ਵਾਰੀ ਬੜਾ ਹੰਕਾਰ ਕਰ ਲੈਂਦੇ ਹਾਂ ਵੀ ਅਸੀਂ ਗੁਰੂ ਵਾਲੇ ਹਾਂ। ਸੂਖਮ ਹੰਕਾਰ ਤਾਂ ਸਥੂਲ ਵੀ ਕਰ ਲੈਂਦੇ ਹਾਂ, ਮੂੰਹ ਤੋਂ ਕਹੀ ਜਾਂਦੇ ਹਾਂ ਸਾਡੇ ਵਰਗਾ ਕੌਣ ਹੈ, ਅਸੀਂ ਗੁਰੂ ਵਾਲੇ ਹਾਂ। ਪਰ ਇੱਕ ਨੁਕਤਾ ਯਾਦ ਰੱਖਣਾ, ਠੀਕ ਹੈ ਅਸੀਂ ਗੁਰੂ ਵਾਲੇ ਹਾਂ, ਗੁਰੂ ਦੀ ਸ਼ਰਨ ਵਿੱਚ ਹਾਂ, ਗੁਰੂ ਦਾ ਹੱਥ ਸਾਡੇ ਸਿਰ ਤੇ ਹੈ। ਗੁਰੂ ਤੇ ਪੂਰਾ, ਪਰ ਅਸੀਂ ਅਧੂਰੇ ਹਾਂ। ਸਾਡੇ 'ਚ ਕਮੀ ਹੈ। ਕਿਹੜੀ ਕਮੀ ਹੈ? ਸਾਡਾ ਮੋਹ ਨਹੀਂ ਮਿਟਿਆ। ਮਹਾਰਾਜ ਦਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ, ਜੀ ਗੁਰੂ ਵਾਲੇ ਦੀ ਕੀ ਨਿਸ਼ਾਨੀ ਹੈ? ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ, ਤਬ ਹਰ ਆਪ ਹੈ ਆਪ।
ਗੁਰੂ ਦੇ ਨਾਲ ਲੱਗਾ ਹੋਇਆ ਤਾਂ ਜਾਣਾਂਗੇ, ਗੁਰੂ ਦਾ ਪੱਕਾ ਸਿੱਖ ਤਾਂ ਸਮਝਾਂਗੇ ਜੇ ਇਹਦੇ ਅੰਦਰੋਂ ਮੋਹ ਮਿਟ ਜਾਵੇ। ਮੋਹ ਤਾਂ ਸੂਈ ਵੀ ਘਰ ਦੀ ਕਹਿੰਦਾ ਵੀ ਸਾਂਭ ਕੇ ਰੱਖਾਂ, ਮੋਹ ਤਾਂ ਇੰਨਾ। ਅਸੀਂ ਹਜੂਰ ਸਾਹਿਬ ਗਏ, ਬਾਬਾ ਪ੍ਰੇਮ ਸਿੰਘ ਜੀ ਉੱਥੇ ਰਹਿੰਦੇ ਮਹਾਂਪੁਰਸ਼ ਮਾਤਾ ਦੇ ਸਥਾਨ ਤੇ ਮਹਾਂਪੁਰਸ਼ਾਂ ਕੋਲ ਇੱਕ ਸਿੰਘ ਕਹਿਣ ਲੱਗਾ ਜੀ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਪਰ ਮਨ ਨਹੀਂ ਟਿਕਦਾ। ਉਹ ਕਹਿੰਦੇ ਭਾਈ ਮੋਹ ਛੱਡ ਦਿਓ, ਮੋਹ ਛੱਡ ਦਿਓ, ਮਨ ਟਿਕ ਜਾਏਗਾ। ਇਹ ਸਾਰਿਆਂ ਦਾ ਸਵਾਲ ਹੈ, ਮਨ ਨਹੀਂ ਟਿਕਦਾ, ਪਰ ਜਵਾਬ ਕਿਤੋਂ ਕਿਤੋਂ ਮਿਲਦਾ। ਬਾਬਾ ਜੀ ਕਹਿੰਦੇ ਮੋਹ ਛੱਡ ਦਿਓ। ਉਹ ਬਜ਼ੁਰਗ ਕਹਿਣ ਲੱਗਾ ਜੀ ਹੁਣ ਕਾਹਦਾ ਮੋਹ, 80 ਸਾਲ ਦੇ ਹੋ ਗਏ ਆ, ਛੱਡੀ ਬੈਠੇ ਆ। ਉਹ ਕਹਿੰਦੇ ਫਿਰ ਸਾਡੇ ਕੋਲ ਰਹਿ ਜਾਓ ਇੱਥੇ ਮਾਤਾ ਦੇ ਸਥਾਨ ਤੇ। ਕਹਿੰਦਾ ਜੀ 2 ਮੱਝਾਂ ਰੱਖੀਆਂ ਹੋਈਆਂ, ਪੱਠੇ ਪਾਣੇ ਪੈਂਦੇ ਆ। ਮੋਹ ਕਿੱਥੇ ਛੁੱਟਦਾ ਸਾਧ ਸੰਗਤ ਜੀ, ਕਹਿਣਾ ਸੌਖਾ। ਅਸੀਂ ਵੀ ਕਥਾਵਾਦ ਚ ਕਹਿ ਦਿੰਦੇ ਆ ਵੀ ਮੋਹ ਛੁੱਟ ਗਿਆ, ਪਰ ਛੁੱਟਿਆ ਕੋਈ ਨਹੀਂ। ਮਹਾਰਾਜ ਕਿਰਪਾ ਕਰਦੇ। ਸੁਖ ਦਾਤਾ ਪਾਇਆ, ਸੁੱਖਾਂ ਦਾ ਦਾਤਾ ਪਰਮੇਸ਼ਰ ਪਾ ਲਿਆ। ਮੋਹ ਚੁਕਾਇਆ, ਮੋਹ ਖਤਮ ਹੋ ਗਿਆ। ਆਨ ਦਿਨ ਨਾਮ ਸੰਭਾਲੇ, ਦਿਨ ਰਾਤ ਨਾਮ ਜਪਣ ਲੱਗ ਪਏ। ਗੁਰ ਸਬਦੇ ਰਾਤਾ ਸਹਜੇ ਮਾਤਾ, ਨਾਮ ਮਨ ਵਸਾਏ। ਜਿਹੜੇ ਗੁਰੂ ਸ਼ਬਦ ਦੇ ਰੰਗ 'ਚ ਰੰਗੇ ਗਏ, ਉਹਨਾਂ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ। ਉਹ ਮਸਤ ਹੋ ਗਏ। ਜਿਨ ਪੀਆ ਸੇ ਮਸਤ ਪਏ ਹੈ, ਟੂਟੇ ਬੰਧਨ ਪਾਏ। ਨਾਮ ਮਨ ਵਿੱਚ ਵਸ ਗਿਆ। ਨਾਨਕ ਤਿਨ ਘਰ ਸਾਧਹੀ ਸੋਹੇਲਾ। ਮਹਾਰਾਜ ਕਹਿੰਦੇ ਉਹਨਾਂ ਦੇ ਘਰ ਸਦਾ ਹੀ ਖੁਸ਼ੀ ਦੇ ਗੀਤ ਗਾਏ ਜਾਂਦੇ ਆ। ਤਿਤ ਘਰ ਗਾਵੋ ਸੋਹੇਲਾ, ਸਿਵਰਿਓ ਸਿਰਜਣਹਾਰੋ। ਜੇ ਸਤਿਗੁਰ ਸੇਵ ਸਮਾਏ, ਜਿਹੜੇ ਸਤਿਗੁਰਾਂ ਦੇ ਨਾਲ ਜੁੜੇ ਹਨ, ਸਤਿਗੁਰਾਂ ਦੀ ਸੇਵਾ ਵਿੱਚ ਲੱਗੇ ਹਨ, ਪਰਮੇਸ਼ਰ ਜੀ ਸਮਾ ਗਏ ਹਨ। ਬਿਨ ਸਤਿਗੁਰ ਜਗ ਭਰਮ ਭੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ। ਮਹਾਰਾਜ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਨਹੀਂ ਆਏ, ਉਹਨਾਂ ਦੀ ਹਾਲਤ ਸੁਣ ਲਓ ਕੀ ਹੈ। ਨਿਗੁਰੇ ਪ੍ਰਾਣੀਆਂ ਦਾ ਕੀ ਹਾਲ ਹੈ। ਸਤਿਗੁਰੂ ਤੋਂ ਬਿਨਾਂ ਇਹ ਸਾਰਾ ਸੰਸਾਰ ਭਰਮ ਵਿੱਚ ਭੁੱਲਿਆ ਹੀ ਰਹਿੰਦਾ ਹੈ। ਜਿਹੜੀ ਅਸਲ ਵਸਤੂ ਪਰਮਾਤਮ ਵਸਤੂ ਹੈ, ਉਹਨੂੰ ਨਹੀਂ ਪਛਾਣ ਸਕਦਾ, ਔਰ ਜਿਹੜੀ ਵਸਤੂ ਭਰਮ ਰੂਪ ਹੈ ਸੰਸਾਰ, ਉਹਨੂੰ ਹੀ ਸੱਚਾ ਸਮਝੀ ਬੈਠਾ ਹੈ। ਹਰੀ ਦੇ ਮਹਿਲ ਵਿੱਚ ਨਹੀਂ ਪਹੁੰਚਦਾ। ਗੁਰਮੁਖੇ ਇੱਕ ਮੇਲ ਮਿਲਾਇਆ। ਜਿਹੜੇ ਗੁਰੂ ਵਾਲੇ ਬਣੇ ਹਨ ਗੁਰਮੁਖ, ਉਹਨਾਂ ਨੂੰ ਇੱਕ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਤਿਨ ਕੇ ਦੁੱਖ ਗਵਾਇਆ ਰਾਮ। ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਤਿਨ ਕੇ ਦੁੱਖ ਗਵਾਇਆ, ਜਾਂ ਹਰ ਮਨ ਭਾਇਆ। ਸਦਾ ਗਾਵਹਿ ਰੰਗ ਰਾਤੇ। ਸਾਧ ਸੰਗਤ ਜੀ, ਇਸ ਸੰਸਾਰ ਵਿੱਚ ਕੋਈ ਵੀ ਪ੍ਰਾਣੀ ਦੁੱਖ ਦਾ ਗਾਹਕ ਨਹੀਂ ਹੈ। ਕਿਸੇ ਨੂੰ ਕਹੋ ਤੂੰ ਦੁਖੀ ਹੋਣਾ ਚਾਹੁੰਦਾ, ਉਹ ਕਹਿੰਦਾ ਨਹੀਂ, ਮੈਨੂੰ ਤੇ ਸੁੱਖ ਹੀ ਚਾਹੀਦਾ ਹੈ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੇ ਕੋਈ। ਸੁੱਖ ਸਾਰੇ ਚਾਹੁੰਦੇ ਨੇ, ਦੁੱਖ ਦੀ ਇੱਛਾ ਕੋਈ ਨਹੀਂ ਕਰਦਾ। ਪਰ ਅਸਲੀ ਸੁੱਖ ਮਿਲਣਾ ਕਿੱਥੋਂ ਹੈ, ਇਹ ਨਹੀਂ ਪਤਾ। ਆਖੋ ਸ੍ਰੀ ਵਾਹਿਗੁਰੂ। ਅਸਲੀ ਸੁੱਖ ਤਾਂ ਸਤਿਗੁਰਾਂ ਤੋਂ ਮਿਲਣਾ। ਸਤਿਗੁਰਾਂ ਕੋਲ ਜਾਂਦੇ ਕੋਈ ਨਹੀਂ, ਬਾਹਰ ਸੁੱਖ ਭਾਲਦੇ ਫਿਰਦੇ ਆ। ਮਹਾਰਾਜ ਕਹਿੰਦੇ ਉੱਥੋਂ ਸੁੱਖ ਕਿਵੇਂ ਮਿਲੇਗਾ। ਸੁੱਖ ਤਾਂ ਗੁਰੂ ਕੋਲ ਹੈ। ਸ਼ਬਦ ਗੁਰੂ ਦਾ ਜਪਾਂਗੇ ਤਾਂ ਸੁਖੀ ਹੋਵਾਂਗੇ। ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਪਕੜੀ, ਤਿੰਨ ਕੇ ਦੁੱਖ ਗਵਾਇਆ, ਉਹਨਾਂ ਦੇ ਦੁੱਖ ਦੂਰ ਹੋਏ। ਜਾਂ ਹਰ ਮਨ ਭਾਇਆ। ਜੇ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਵਸਿਆ, ਭਗਤਾਂ ਦੇ ਮਨ ਵਿੱਚ ਹਰੀ ਚੰਗਾ ਲੱਗਦਾ, ਤੇ ਹਰੀ ਦੇ ਮਨ 'ਚ ਭਗਤ ਚੰਗੇ ਲੱਗਦੇ। ਪਿਆਰ ਦੁਵੱਲੀਓਂ ਹੁੰਦਾ, ਪਿਆਰ ਦੋ ਪਾਸਿਓਂ ਹੁੰਦਾ, ਤਾਂ ਸੰਪੂਰਨ ਪਿਆਰ ਹੁੰਦਾ। ਭਗਤਾਂ ਨੂੰ ਪ੍ਰਭੂ ਪਿਆਰਾ ਲੱਗਣ ਲੱਗ ਜਾਵੇ ਤੇ ਭਗਤ ਪ੍ਰਭੂ ਨੂੰ ਪਿਆਰੇ ਲੱਗੇ। ਭਗਤ ਤੇਰੇ ਮਨ ਭਾਵੰਦੇ, ਦਰ ਸੋਹਣ ਕੀਰਤ ਗਾਵੰਦੇ। ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲੈਣੀ ਧਾਵੰਦੇ। ਸੰਸਾਰੀਆਂ ਦੇ ਭਗਤਾਂ ਦਾ ਇਹਨਾਂ ਦੋਹਾਂ ਪੰਕਤੀਆਂ 'ਚ ਮਹਾਰਾਜ ਨੇ ਨਿਰਣਾ ਕਰ ਦਿੱਤਾ। ਭਗਤ ਰੱਬ ਨੂੰ ਪਾਉਂਦੇ ਨੇ,
ਤੇ ਰੱਬ ਭਗਤਾਂ ਨੂੰ ਭਾਉਂਦਾ ਹੈ। ਸੰਸਾਰੀਆਂ ਨੂੰ ਸੰਸਾਰ ਚੰਗਾ ਲੱਗਦਾ ਹੈ, ਸੰਸਾਰ ਨੂੰ ਸੰਸਾਰੀ ਚੰਗੇ ਲੱਗਦੇ ਹੈ। ਇਹ ਫਰਕ ਹੈ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਾਧ ਹੀ ਜਾਤੇ। ਹਰੀ ਦੇ ਭਗਤ ਸਦਾ ਹੀ ਨਿਰਮਲ ਹਨ। ਭੂਤ ਕਾਲ ਵਿਖੇ ਵੀ ਉਹ ਨਿਰਮਲ ਸਨ, ਵਰਤਮਾਨ ਕਾਲ ਵਿੱਚ ਵੀ ਉਹ ਨਿਰਮਲ ਹਨ, ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੇ ਨਿਰਮਲ ਹੀ ਰਹਿਣਾ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਹੈ ਗੁਰ ਨਾਲੇ। ਐਸੇ ਮਹਾਪੁਰਸ਼ ਨਿਰਮਲ, ਉਹਨਾਂ ਦੀ ਮਹਿਮਾ ਜੁਗਾਂ ਜੁਗਾਂ 'ਚ ਹੁੰਦੀ ਹੈ। ਜੁਗ ਜੁਗ ਸਾਧ ਹੀ ਜਾਤੇ, ਸਾਰਿਆਂ ਯੁੱਗਾਂ ਵਿੱਚ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਪੜ੍ਹ ਲਓ ਸਾਰੇ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਬਾਬਾ ਬਘੇਲ ਸਿੰਘ ਤੋਂ ਬਾਅਦ, ਬਾਬਾ ਜੱਸਾ ਸਿੰਘ ਤੋਂ ਬਾਅਦ ਲੱਖਾਂ ਹੀ ਲੋਕ ਪੈਦਾ ਹੋਏ ਹੋਣੇ ਨੇ ਤੇ ਲੱਖਾਂ ਹੀ ਮਰੇ ਨੇ। ਕੋਈ ਨਾਂ ਲੈਂਦਾ ਉਹਨਾਂ ਦਾ? ਪਰ ਅੱਜ ਬਾਬੇ ਬਘੇਲ ਸਿੰਘ ਜੀ ਨੂੰ, ਬਾਬੇ ਜੱਸਾ ਸਿੰਘ ਜੀ ਨੂੰ ਕਿਉਂ ਆਪਾਂ ਯਾਦ ਕਰ ਰਹੇ ਹਾਂ? ਕਿਉਂਕਿ ਉਹ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਸਨ, ਬਾਣੀ ਤੇ ਬਾਣੇ ਦੇ ਰੰਗ ਵਿੱਚ ਰੰਗੇ ਹੋਏ ਸਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਏ ਨ ਮੇਟਣ ਹਾਰਾ, ਕੋਏ ਨ ਮੇਟਣ ਹਾਰਾ। ਪ੍ਰਭੂ ਦੇ ਪਿਆਰਿਆਂ ਦੀ ਸੋਭਾ ਨੂੰ ਮਿਟਾਉਣ ਲਈ ਕੋਈ ਲੱਖਾਂ ਯਤਨ ਕਰ ਲਵੇ ਤਾਂ ਵੀ ਮਿਟਾ ਨਹੀਂ ਸਕਦਾ, ਬਲਕਿ ਚੜ੍ਹਿਆ ਸਵਾਇਆ ਨਿਤ ਨਿਤ ਰੰਗਾ ਵੱਧਦੀ ਜਾਂਦੀ ਹੈ, ਸਵਾਈ ਹੁੰਦੀ ਜਾਂਦੀ ਹੈ। ਸਾਚੀ ਭਗਤ ਕਰਹਿ ਦਰ ਜਾਪਹਿ। ਉਹ ਵਾਹਿਗੁਰੂ ਸੱਚੇ ਦੀ ਸੱਚੀ ਭਗਤੀ ਸੱਚੇ ਮਨ ਨਾਲ ਕਰਦੇ ਹਨ। ਉਹ ਵਾਹਿਗੁਰੂ ਕਹਿੰਦੇ ਤੇ ਸੱਚੇ ਮਨ ਨਾਲ ਕਹਿੰਦੇ ਹਨ। ਜੇ ਉਹ ਕੀਰਤਨ ਕਰਦੇ ਤੇ ਸੱਚੇ ਮਨ ਨਾਲ ਕਰਦੇ ਹਨ। ਜੋ ਵੀ ਉਹ ਮੂੰਹ ਤੋਂ ਬੋਲਦੇ ਨੇ ਸੱਚ ਹੀ ਬੋਲਦੇ ਨੇ। ਉਹਨਾਂ ਦੇ ਮਨ ਔਰ ਮੁਖ ਤੇ ਇੱਕੋ ਹੀ ਗੱਲ ਹੁੰਦੀ ਹੈ, ਸੱਚੀ ਭਗਤ ਕਰਦੇ। ਉਹ ਵਾਹਿਗੁਰੂ ਪਰਮਾਤਮਾ ਦੇ ਦਰ ਦੇ ਉੱਤੇ ਸੋਭਾ ਪਾਉਂਦੇ ਹਨ। ਅਕਾਲ ਪੁਰਖ ਦੇ ਦਰਬਾਰ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਘਰ ਦਰ ਸੱਚਾ ਸੋਈ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਸੱਚਾ ਵਸਿਆ ਹੁੰਦਾ ਹੈ। ਉਹ ਅਕਾਲ ਪੁਰਖ ਦੇ ਦਰ ਦੇ ਉੱਤੇ ਦਰਗਾਹ ਦੇ ਵਿੱਚ ਸੋਭਾ ਵਾਲੇ ਹੁੰਦੇ ਹਨ। ਨਾਨਕ ਸੱਚਾ ਸੋਹੇਲਾ, ਸੱਚੀ ਸੱਚ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ, ਉਸ ਵਾਹਿਗੁਰੂ ਪਰਮਾਤਮਾ ਦੀਆਂ ਸਿਫਤਾਂ ਵਾਲਾ ਸੋਹੇਲਾ ਸੱਚਾ ਸੋਹੇਲਾ ਹੈ। ਸੱਚੀ ਸੋਭਾ ਗਾਈ ਜਾਂਦੀ ਹੈ। ਸੱਚੇ ਵਾਹਿਗੁਰੂ ਦੀ ਬਾਣੀ ਵੀ ਸੱਚੀ ਹੈ। ਸ਼ਬਦੇ ਹੀ ਸੁਖ ਹੋਈ। ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ, ਧੁਰ ਕੀ ਬਾਣੀ। ਸਾਧ ਸੰਗਤ ਜੀ, ਪਰਮਾਤਮਾ ਨੂੰ ਗਾਣ ਦਾ, ਪਰਮਾਤਮਾ ਨੂੰ ਧਿਆਨ ਦਾ, ਪਰਮਾਤਮਾ ਨੂੰ ਪਾਣ ਦਾ ਤਰੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਦੱਸਦੀ ਹੈ। ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਸਾਨੂੰ ਮਹਾਰਾਜ ਕਲਗੀਆਂ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਬਚਨ ਕੀਤਾ, ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸੋ ਸੱਚੀ ਬਾਣੀ ਮਹਾਰਾਜ ਕਿਰਪਾ ਕਰਨ ਸਾਡੇ ਹਿਰਦੇ 'ਚ ਵਸੇ। ਸ਼ਬਦੇ ਹੀ ਸੁਖ ਹੋਈ। ਵਾਹਿਗੁਰੂ 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 ਜਪਦੇ ਅਸੀਂ ਸੁਖੀ ਹੋ ਜਾਈਏ। ਸਾਰਾ ਸੰਸਾਰ ਸੁਖ ਚਾਹੁੰਦਾ ਹੈ, ਪਰ ਕਾਰਨ
ਦੁੱਖਾਂ ਦਾ ਪਰਮੇਸ਼ਰ ਤੋਂ ਬੇਮੁਖ ਹੋਏ ਫਿਰਦੇ ਹਾਂ। ਹਰ ਕੇ ਨਾਮ ਬਿਨਾ ਦੁੱਖ ਭਾਵੈ, ਭਗਤ ਬਿਨਾ ਸਹਿਸਾ ਨਹੀਂ ਚੂਕੈ, ਗੁਰ ਇਹ ਭੇਦ ਬਤਾਵੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਨਾਮ ਤੋਂ ਬਿਨਾ ਸਾਰਾ ਸੰਸਾਰ ਦੁਖੀ ਹੈ। ਸੋ ਪਿਆਰੀ ਸਾਧ ਸੰਗਤ, ਮਹਾਰਾਜ ਕਿਰਪਾ ਕਰਨ ਇਹ ਬਚਨ ਹਿਰਦੇ 'ਚ ਵਸਣ। ਜਿਵੇਂ ਕਿ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਨੇ ਆਪ ਜੀ ਨੂੰ ਬੇਨਤੀਆਂ ਕੀਤੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਰਨਾ ਦਲ, ਸਾਰੀਆਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਅਤੇ ਸੰਤ ਸਮਾਜ, ਦਮਦਮੀ ਟਕਸਾਲ, ਸਾਰੇ ਖਾਲਸਾ ਪੰਥ ਦੀਆਂ ਸੰਪਰਦਾਵਾਂ ਰਲ ਕੇ ਦਿੱਲੀ ਫਤਿਹ ਦਿਵਸ ਦਾ ਦਿਹਾੜਾ ਮਨਾ ਰਹੀਆਂ ਨੇ। ਜੋ ਮਹਾਰਾਜ ਦੇ ਖਾਲਸੇ ਨੇ ਗੁਰੂ ਸਾਹਿਬਾਂ ਦੇ ਬਚਨ ਕਹੇ ਹੋਏ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਉਹਨਾਂ ਬਚਨਾਂ ਨੂੰ ਸਾਕਾਰ ਕੀਤਾ। ਆਪਾਂ ਸਾਰੇ ਉਹ ਦਿਹਾੜਾ ਮਨਾ ਰਹੇ ਹਾਂ। ਸਾਰੇ ਭਾਈ ਸਹਿਯੋਗ ਦਈਏ, ਸਮਾਂ ਕੱਢੀਏ। ਅੱਜ ਦੁਪਹਿਰ ਤੋਂ ਬਾਅਦ ਦਲਾਂ ਪੰਥਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚ ਜਾਣਾ ਹੈ। ਗੁਰੂ ਦੇ ਘੋੜਿਆਂ ਨੇ ਦਰਸ਼ਨ ਕਰੋ। ਕੱਲ ਨੂੰ ਮਾਰਚ ਹੋਣਾ ਹੈ, ਉਹਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ।